बाबा जसविंदर सिंह जी ने बाबा फरीद के श्लोकों से बहुत सोहना चानना पाया। असीं धन्नवाद करते हैं। बाकी गल कोई रहन ही नहीं दी। माता परती की होर की बहुत सोहनी व्याख्या नाल आप जी नूं समझाउणा कीता है। सो श्री वाहेगुरु। वाहेगुरु श्री वाहेगुरु। कबीर ना हम किया ना करेंगे, ना कर सकै शरीर। क्या जानो किछ हर किया, भयो कबीर कबीर। क्या जानो किछ हर किया। कबीर मेरा मुझ में किछ नहीं, जो किछ है सो तेरा। तेरा तुझको सौंपते क्या लागे मेरा। कबीर जिस मरने ते जग डरै, मेरा मन आनंद। मरने ही ते पाइयै, पूर्ण परमानंद। बिरले जग आउंदे ने, बख्शियां रूहां वाले। 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 दिलों मोहब्बत जिन से सच्चिया, जिन मन होर मुख होर। से काडे कच्चिया, रते इश्क खुदाए रंग दीदार के। बिसरिया जिन्ना नाम ते भोए पार्थिए। आप लिए लड़ लाए दर दरवेश से,
तिन धन जनेंदी माओ आए सफल से। परवदगार अपार अगम बेअंत तू, जिन्नी पछाता सच चुमा पैर मुँह। तेरी पन है खुदाए तू बख्शंदगी, सेख परी तै खैर दीजै बंदगी। खैर दीजै बंदगी, खैर दीजै बंदगी। जय बंदगी, खैर दी जय बंदगी, खैर दी जय बंदगी, खैर दी जय बंदगी। खैर दीजै बंदगी, खैर दीजै बंदगी। खैर दी जय बंदगी, खैर दी जय बंदगी, खैर दी जय बंदगी। वाहिगुरु 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 वाहिगुरु। 2 मिनट वास्ते सारी संगत जपो जी। वाहिगुरु 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 वाहिगुरु। तेरे नाम तो बिना होर की मंगना, तेरे नाम तो बिना होर की मंगना। तेरे नाम तो बिना होर की मंगना, तेरे नाम तो बिना होर की मंगना। तेरे नाम तो बिना होर की मंगना, नाम तो बिना होर की मंगना। होर की मंगना, होर की मंगना। होर की मंगना, होर की मंगना। होर की मंगना, होर की मंगना। तेरे नाम तो बिना होर की मंगना, नाम तो बिना होर की मंगना। नाम तो बिना होर की मंगना, नाम तो बिना होर की मंगना। तेरे नाम तो बिना होर की मंगना हो, नाम तो बिना होर की मंगना। परम सन्मानयोग जुग जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हों, आओ सब तो पहला गुरु बख्शी फतेह बुलाइए। जिथों तक भी आवाज़ पहुँच रही है, सब माई भाई दोवें हथ जोड़ के
ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਕੋਸ਼ਿਸ਼ ਕਰੀਏ ਆਪਣੀ ਮਨੋਵਿਰਤੀ ਉਸ ਮਾਲਕ ਦੇ ਚਰਨਾਂ ਨਾਲ ਜੋੜੀਏ। ਸਤਿਗੁਰੂ ਜੀ ਦਾ ਹੁਕਮ ਹੈ, ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਪਾਤਸ਼ਾਹ ਕਹਿੰਦੇ ਹੈ ਪ੍ਰਾਨੀ ਤੂੰ ਇਸ ਸੰਸਾਰ ਵਿੱਚ ਲਾਹਾ ਲੈਣ ਵਾਸਤੇ ਆਇਆ। ਉਹ ਲਾਹਾ ਹੈ ਭਾਈ ਸੇਵਾ ਤੇ ਸਿਮਰਨ ਦਾ। ਪਰ ਹੋਇਆ ਕਿ ਮਾਲਕ ਨੇ ਜੋ ਬਖਸ਼ਿਸ਼ ਕੀਤਾ, ਸਰੀਰ ਵੀ ਵਰਤ ਰਹੇ ਹਾਂ, ਉਸ ਮਾਲਕ ਦੇ ਦਿੱਤੇ ਹੋਏ ਸਵਾਸ ਵੀ ਖਰਚ ਰਹੇ ਹਾਂ। ਕੁਛ ਉਹ ਨੇ ਜਿਹੜੇ ਇਹਨਾਂ ਸਵਾਸਾਂ ਨੂੰ ਚੰਗੇ ਪਾਸੇ ਲਾ ਰਹੇ ਐ, ਸੰਸਾਰ ਨੂੰ ਸੋਹਣਾ ਬਣਾਉਣ ਵਾਸਤੇ, ਸਭ ਨੂੰ ਸੁੱਖ ਦੇਣ ਵਾਸਤੇ ਯਤਨ ਕਰਦੇ ਐ। ਕੁਛ ਉਹ ਵੀ ਹੈਗੇ ਜਿਨ੍ਹਾਂ ਦਾ ਆਪ ਦਾ ਜੀਵਨ ਰਾਹਾਂ ਤੋਂ ਭਟਕਿਆ ਹੋਇਆ ਹੈ, ਗਲਤ ਰਾਹ ਚੁਣੇ ਹੋਏ ਨੇ, ਆਪ ਤਾਂ ਦੁਖੀ ਹੈਗੇ, ਉਹ ਦੂਜਿਆਂ ਨੂੰ ਵੀ ਦੁਖੀ ਕਰੀ ਜਾਂਦੇ ਆ। ਆਖੋ ਸਤਨਾਮ। ਹੁਣ ਦੋਨੇ ਹੀ ਗੱਲਾਂ ਗੁਰੂ ਮਾਲਕ ਨੇ ਜੇ ਜਨਮ ਦਿੱਤਾ ਤੇ ਮੌਤ ਵੀ ਹੋਣੀ ਹੈ। ਜੇ ਦਿਨ ਬਣਾਇਆ ਤੇ ਰਾਤ ਵੀ ਆਉਂਦੀ ਹੈ। ਜੇ ਲਾਭ ਹੈ ਤਾਂ ਹਾਨੀ ਵੀ ਹੈ, ਜੇ ਨਿੰਦਿਆ ਤਾਂ ਉਸਤਤ ਵੀ ਹੈ। ਗੁਰੂ ਚੰਗਿਆਈ ਹੈ ਤੇ ਬੁਰਾਈ ਵੀ ਹੈ ਅੰਮ੍ਰਿਤ ਵੀ ਤੇ ਹੈ ਸੰਸਾਰ ਵਿੱਚ ਜ਼ਹਿਰ ਵੀ। ਆਖੋ ਸਤਨਾਮ। ਮਹਾਰਾਜ ਕਹਿੰਦੇ ਇਹ ਤੈਂ ਦੇਖਣਾ ਹੈ, ਦਿਨ ਰੂਪੀ ਚਾਨਣੇ 'ਚ ਕੰਮ ਕਰਨਾ ਕਿ ਹਨੇਰੇ 'ਚ ਹੀ ਤੁਰਿਆ ਫਿਰਨਾ। ਜ਼ਹਿਰ ਖਾਣੀ ਹੈ ਕਿ ਅੰਮ੍ਰਿਤ ਪੀਣਾ ਹੈ, ਇਹ ਤੈਂ ਦੇਖਣਾ ਹੈ ਦੋਨੇ ਹੀ ਉਹਦੇ ਹੁਕਮ ਵਿੱਚ ਗੁਰੂ। ਪਰ ਜੇ ਆਪ ਨੂੰ ਪਤਾ ਨਾ ਲੱਗੇ ਤਾਂ ਫਿਰ ਮਹਾਰਾਜ ਕਹਿੰਦੇ ਭਾਈ ਜਿੰਨੇ ਮਹਾਪੁਰਸ਼ ਸੰਤ ਭਗਤ ਗੁਰੂ ਸਿੰਘ ਸ਼ਹੀਦ ਕੁਰਬਾਨੀਆਂ ਕਰਕੇ ਗਏ ਐ, ਬਾਣੀ ਲਿਖ ਕੇ ਗਏ ਐ, ਉਹਨਾਂ ਦੇ ਉਚਾਰੇ ਹੋਏ ਬੋਲ ਪੜੋ, ਉਹਨਾਂ ਦਾ ਜੀਵਨ ਵੇਖੋ, ਇਤਿਹਾਸ ਪੜੋ। ਜੋ ਉਹਨਾਂ ਨੇ ਸਾਨੂੰ ਰਸਤਾ ਦੱਸਿਆ, ਉਹਨਾਂ ਦੇ ਦੱਸੇ ਮੁਤਾਬਕ ਤੁਰ ਪੋ, ਤੁਹਾਡੀ ਵੀ ਕਦਰ ਪੈ ਜੂ। ਆਖੋ ਸਤਨਾਮ। ਪਰ ਸਾਡਾ ਹਾਲ ਕੀ ਹੈ ਗੁਰਮੁਖੋ, ਮਾਫ ਕਰਨਾ, ਆਪ ਨੂੰ ਤਾਂ ਕਈ ਵਾਰੀ ਔੜਦੀ ਨਹੀਂ ਗੁਰਮੁਖ, ਤੇ ਦੂਜਿਆਂ ਦੀ ਸੁਣ ਕੇ ਆਪਾਂ ਮੰਨਣਾ ਨਹੀਂ ਹੁੰਦਾ। ਫਿਰ ਕੀ ਹੁੰਦਾ ਹੈ? ਕਬੀਰ ਜੀ ਮਹਾਰਾਜ ਪਾਵਨ ਬਾਣੀ 'ਚ ਲਿਖ ਗਏ, ਕਹਿੰਦੇ ਸਵਾਸ ਤਾਂ ਦਿੱਤੇ ਸੀ ਬਹੁਤ ਕੀਮਤੀ, ਪਰ ਐ ਮਨੁੱਖ ਤੈ ਇਹਨਾਂ ਦੀ ਕਦਰ ਨਹੀਂ ਜਾਣੀ। ਆਖੋ ਸਤਨਾਮ। ਰਾਤ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਹੀਰੇ ਮੋਤੀਆਂ ਤੋਂ ਵੀ ਮਹਿੰਗੇ ਨੇ ਸਵਾਸ, ਤੇ ਬਹੁਤ ਕੀਮਤੀ ਹੈ ਸਰੀਰ, ਪਰ ਅਸੀਂ ਇਹਨੂੰ ਕੌਡੀਆਂ ਦੇ ਭਾਈ ਗਵਾ ਰਹੇ ਹਾਂ ਗੁਰੂ। ਅੱਖਾਂ ਕੰਮ ਕਰਦੀਆਂ, ਜ਼ੁਬਾਨ ਕੰਮ ਕਰਦੀ ਹੈ, ਦਿਮਾਗ ਕੰਮ ਕਰਦਾ, ਆਪਾਂ ਕਿੰਨਾ ਕੁ ਸ਼ੁਕਰਾਨਾ ਕਰਦੇ ਹਾਂ। ਜੇ ਅੱਖਾਂ ਤੋਂ ਦਿਖਣਾ ਬੰਦ ਹੋ ਜੇ ਫਿਰ ਪਤਾ ਲੱਗਦਾ ਇਹਨਾਂ ਦੀ ਕੀਮਤ ਕੀ ਹੈ ਗੁਰੂ।
ਜੇ ਕਿਸੇ ਦਾ ਦਿਮਾਗ ਕੰਮ ਛੱਡ ਜੇ ਨਾ, ਫਿਰ ਪਤਾ ਲੱਗਦਾ ਇਹਦੀ ਕੀਮਤ ਕੀ ਹੈ। ਬੇਕਦਰੀ ਹੋ ਜਾਂਦੀ ਹੈ ਸ਼ਰੀਰਾਂ ਦੀ ਗੁਰਮੁਖ। ਤੇ ਬਾਬਾ ਫਰੀਦ ਜੀ ਕਹਿੰਦੇ, ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। ਕਹਿੰਦੇ ਚਾਰ ਪਹਿਰ ਦਿਨ ਦੇ ਕਮਾਈ ਕਰਕੇ ਲੰਘਾਤੇ, ਤੇ ਚਾਰ ਪਹਿਰ ਜਿਹੜੇ ਸੀ ਉਹ ਸੌਂ ਕੇ ਲੰਘਾਤੇ। 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਗੁਰਮੁਖੋ। 6 ਵਜੇ ਤੋਂ ਪਹਿਰ ਸ਼ੁਰੂ ਹੁੰਦੇ ਐ, ਸਵੇਰੇ 6 ਤੋਂ 9 ਤੱਕ ਦਿਨ ਦਾ ਪਹਿਲਾ ਪਹਿਰ, 9 ਤੋਂ 12 ਤੱਕ ਦੂਜਾ ਪਹਿਰ, ਤੇ 12 ਤੋਂ 3 ਤੱਕ ਤੀਜਾ ਪਹਿਰ, 3 ਤੋਂ 6 ਤੱਕ ਚੌਥਾ ਪਹਿਰ ਹੈ। ਇਸੇ ਤਰ੍ਹਾਂ ਦਿਨ ਦੇ, ਇਸੇ ਤਰ੍ਹਾਂ ਰਾਤ ਦੇ ਪਹਿਰ ਹੈ। ਪਰ ਹੋਇਆ ਕਿ ਚਾਰ ਪਹਿਰ ਕਹਿੰਦੇ ਖਾ ਕੇ ਹੰਢਾ ਕੇ ਲੰਘਾਤੇ, ਚਾਰ ਪਹਿਰ ਸੌਂ ਕੇ ਲੰਘਾਤੇ, ਰੱਬ ਦਾ ਨਾਮ ਲਿਆ ਹੀ ਨਹੀਂ ਜਾਂ ਸੰਸਾਰ ਦਾ ਭਲਾ ਕੀਤਾ ਹੀ ਨਹੀਂ। ਫਿਰ ਕਹਿੰਦੇ ਰੱਬ ਨੇ ਵੀ ਲੇਖਾ ਤੈਥੋਂ ਲੈਣਾ ਹੈ ਕਿ ਐ ਮਨੁੱਖ 84 ਲੱਖ ਜੂਨਾਂ ਦਾ ਸਰਦਾਰ ਬਣਾ ਕੇ ਤੈਨੂੰ ਭੇਜਿਆ ਸੀ, ਬੜੀ ਤਾਕਤ ਦਿੱਤੀ ਤੈਨੂੰ। ਜੇ ਚਾਹੁੰਦਾ ਸ਼ੇਰਾਂ ਨੂੰ ਹਾਥੀਆਂ ਨੂੰ ਵੀ ਵਸ ਕਰ ਲੈਂਦਾ। ਜੇ ਮਨੁੱਖ ਚਾਹੁੰਦਾ ਹੈ ਸੰਸਾਰੀ ਚੀਜ਼ਾਂ ਦੀ ਤਾਂ ਗੱਲ ਛੱਡੋ, ਪ੍ਰੇਮ ਨਾਲ ਭਗਤੀ ਕਰਕੇ ਭਗਵਾਨ ਨੂੰ ਵੀ ਵਸ ਕਰ ਲੈਂਦਾ। ਆਖੋ ਸਤਨਾਮ। ਪਰ ਜਿਨ੍ਹਾਂ ਨੇ ਨਾ ਤਾਂ ਸੇਵਾ ਕੀਤੀ, ਨਾ ਕੋਈ ਸੰਸਾਰ ਦੇ ਭਲੇ ਲਈ ਯਤਨ ਕੀਤੇ, ਫਿਰ ਉਹਨਾਂ ਤੋਂ ਲੇਖਾ ਪੁੱਛਿਆ ਜਾਂਦਾ ਵੀ ਭੇਜਿਆ ਸੀ ਸੰਸਾਰ ਵਿੱਚ ਚੰਗੇ ਕਰਮ ਕਰਨ ਵਾਸਤੇ, ਤੈਂ ਕਦੇ ਸੋਚਿਆ ਹੀ ਨਹੀਂ ਵੀ ਕਿਹੜੇ ਕੰਮ ਆਇਆ। ਆਖੋ ਸਤਨਾਮ। ਜਿਵੇਂ ਤੁਸੀਂ ਚਾਹੁੰਦੇ ਹੋ ਨਾ, ਆਪਾਂ ਗ੍ਰਸਤੀ ਆ, ਤੁਹਾਡੇ ਵੀ ਬੱਚੇ ਹੈਗੇ, ਸਾਡੇ ਵੀ ਹੈਗੇ। ਆਪਾਂ ਚਾਹੁੰਦੇ ਆ ਵੀ ਇਹ ਬੱਚੇ ਕਿਤੇ ਨਲਾਇਕ ਹੀ ਨਾ ਰਹਿ ਜਾਣ, ਇਹਨਾਂ ਨੂੰ ਪੜ੍ਹਾਈਏ, ਇਹਨਾਂ ਨੂੰ ਚੰਗੇ ਕਿੱਤੇ ਲਾਈਏ, ਕੰਮ ਕਰਨ, ਮਿਹਨਤ ਕਰਨ, ਸਾਡਾ ਵੀ ਮਾਣ ਤਾਣ ਉੱਚਾ ਹੋਵੇ, ਸਤਿਕਾਰ ਹੋਵੇ। ਇਸੇ ਤਰ੍ਹਾਂ ਰੱਬ ਵੀ ਚਾਹੁੰਦਾ ਹੈ ਕਿ ਜਿਹੜੀ ਸ੍ਰਿਸ਼ਟੀ ਬਣਾਈ ਹੈ ਇਹ ਸੰਸਾਰ ਨੂੰ ਸੋਹਣਾ ਬਣਾਵੇ ਚੰਗੇ ਕਰਮ ਕਰਕੇ। ਤੇ ਜਿਹੜੇ ਤਾਂ ਭਾਈ ਚੰਗੇ ਰਾਹ ਤੁਰ ਪੈਣ, ਉਹਨਾਂ ਦੀ ਸੰਸਾਰ ਵਿੱਚ ਪੂਜਾ ਹੁੰਦੀ ਹੈ, ਕਦਰ ਪੈਂਦੀ ਹੈ, ਸਤਿਕਾਰ ਹੁੰਦਾ ਹੈ। ਤੇ ਜਿਨ੍ਹਾਂ ਨੇ ਚੰਗੀਆਂ ਗੱਲਾਂ ਤਾਂ ਭੁਲਾਤੀਆਂ, ਬਸ ਔਗਣ ਫਰੋਲਣ ਲੱਗ ਗਏ, ਮਾੜੇ ਕੰਮ ਕਰਦੇ ਐ, ਉਹਨਾਂ ਦੀ ਕਦਰ ਵੀ ਨਹੀਂ ਪੈਂਦੀ ਤੇ ਬਾਅਦ 'ਚ ਕੋਈ ਨਾਮ ਤੱਕ ਵੀ ਨਹੀਂ ਲੈਣਾ ਚਾਹੁੰਦਾ। ਆਖੋ ਸਤਨਾਮ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਇਸ ਜੀਵਨ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ। ਗੁਰੂ ਸਤਿਗੁਰੂ ਜੀ ਬਾਣੀ ਵਿੱਚ ਕਹਿ ਗਏ ਕਿ ਬੰਦਿਆ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ। ਸ਼ੁਰੂ ਚ ਬੇਨਤੀ ਕੀਤੀ ਹੈ, ਚੰਗਿਆਈ ਵੀ ਹੈ ਤੇ ਬੁਰਾਈ ਵੀ ਹੈ, ਲਾਭ ਵੀ ਹੈ, ਹਾਨੀ ਵੀ ਹੈ, ਜਨਮ ਵੀ ਹੈ, ਮੌਤ ਵੀ ਹੈ। ਦੋਨੋਂ ਹੀ ਚੀਜ਼ਾਂ ਰੱਬ ਨੇ ਬਣਾਈਆਂ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦੇ ਹੁਕਮ ਤੋਂ ਬਾਹਰ ਹੈ, ਸਭ ਕੁਝ ਉਹਦੇ ਹੁਕਮ ਵਿੱਚ ਹੈ। ਪਰ ਤੈਂ ਦੇਖਣਾ ਹੈ ਕਿਹੜਾ ਰਾਹ ਚੁਣਨਾ ਹੈ। ਆਖੋ ਸਤਨਾਮ। ਹੁਣ ਇੰਜੀਨੀਅਰਾਂ ਨੇ, ਵਿਗਿਆਨੀਆਂ ਨੇ ਖੋਜ ਕਰਕੇ ਬਿਜਲੀ ਬਣਾਤੀ। ਗੁਰੂ ਜੇ ਤਾਂ ਰਹਾਂਗੇ ਨਿਯਮ ਵਿੱਚ, ਇਹ ਤੋਂ ਫਾਇਦਾ ਲੈ ਲੈਨੇ ਆ। ਹੁਣ ਪੱਖੇ ਚੱਲਦੇ ਆ, ਥੋੜੀ ਜੀ ਹੋਰ ਗਰਮੀ ਵਧੂ ਆਪਾਂ ਏਸੀ ਲਾਵਾਂਗੇ, ਤੇ ਚੱਲਦੇ ਇਸੇ ਬਿਜਲੀ ਨਾਲ ਹੀਟਰ ਵੀ ਹੈਗੇ। ਇੱਕ ਤਾਂ ਹੋਵੇ ਗਰਮੀ, ਉੱਤੋਂ ਛੱਡ ਲਈਏ ਹੀਟਰ, ਫਿਰ ਮਰਾਂਗੇ ਗੁਰਮੁਖੋ। ਜਾਂ ਨੰਗੀਆਂ ਤਾਰਾਂ ਖੇਤਾਂ ਵਿੱਚੋਂ ਦੀ ਆਉਂਦੀਆਂ, ਦੇਖਦੇ ਆ ਨਾ ਆਪਾਂ। ਜੇ ਕੋਈ ਉਹਨਾਂ ਨੰਗੀਆਂ ਤਾਰਾਂ ਨੂੰ ਹੱਥ ਲਾਵੇ, ਫਿਰ ਬਿਜਲੀ ਬਣਾਉਣ ਵਾਲੇ ਦਾ ਕਸੂਰ ਨਹੀਂ, ਕਸੂਰ ਸਾਡਾ ਹੀ ਆ। ਆਖੋ ਸਤਨਾਮ। ਇਸੇ ਤਰ੍ਹਾਂ ਮਾਲਕ ਨੇ ਚੰਗਿਆਈ ਬੁਰਾਈ ਬਣਾਈ ਹੈ। ਜੇ ਬੁਰਾਈ ਨਾ ਹੁੰਦੀ, ਚੰਗਿਆਈ ਦੀ ਕਦਰ ਕਿਹਨੇ ਕਰਨੀ ਸੀ ਗੁਰਮੁਖੋ। ਜੇ ਮੀਰ ਮੰਨੂ ਨਾ ਆਉਂਦਾ, ਜ਼ੁਲਮ ਨਾ ਕਰਦਾ, ਫਿਰ ਅੱਜ ਆਪਾਂ ਕਿਵੇਂ ਯਾਦ ਕਰਦੇ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ।
ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ। ਸਿੰਘ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਚ ਪਵਾ ਲਏ, ਪਰ ਆਪਣਾ ਧਰਮ ਨਹੀਂ ਛੱਡਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹਰ ਦੁੱਖ ਸੁੱਖ ਵਿੱਚ ਉਹਨਾਂ ਨੂੰ ਯਾਦ ਕਰਦੇ, ਆਪਾਂ ਨਾਮ ਲੈਨੇ। ਇਸ ਕਰਕੇ ਚੰਗਿਆਈ ਬੁਰਾਈ ਤਾਂ ਬਣੀ ਆਈ, ਪਰ ਆਪਾਂ ਵੇਖਣਾ ਮੀਰ ਮੰਨੂ ਵਾਲਾ ਰਾਹ ਨਹੀਂ ਚੁਣਨਾ, ਸਿੰਘਾਂ ਸ਼ਹੀਦਾਂ ਵਾਲਾ ਰਾਹ ਚੁਣਨਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਕਿਉਂ ਪਾਪਾਂ ਵਾਲੇ ਖੇਤ ਬੀਜ ਲੈ। ਕੋਈ ਬੀਜ ਲੈ ਪੱਲੇ ਬੰਨ ਦਰਗਾਹੀ ਖਰਚਾ ਭਾਈ, ਪੱਲੇ ਬੰਨ ਲੈ ਦਰਗਾਹੀ ਖਰਚਾ, ਵਾਟਾਂ ਨੇ ਦੂਰ ਦੀਆਂ ਪੱਲੇ ਬੰਨ ਲੈ। ਦਰਗਾਹੀ ਖਰਚਾ ਪੱਲੇ ਬੰਨ ਲੈ। ਦਰਗਾਹੀ ਖਰਚਾ ਵਾਟਾਂ ਨੇ ਦੂਰ ਦੀਆਂ ਪੱਲੇ ਬੰਨ ਲੈ। ਦਰਗਾਹੀ ਖਰਚਾ ਪੱਲੇ ਬੰਨ ਲੈ। ਬੰਨ ਦਰਗਾਹੀ ਖਰਚਾ, ਵਾਟਾਂ ਨੇ ਦੂਰ ਦੀਆਂ ਪੱਲੇ ਬੰਨ ਲੈ। ਇਹ ਸਾਡੇ ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਨੇ, ਦਰਗਾਹੀ ਖਰਚਾ ਪੱਲੇ ਬੰਨ। ਆਖੋ ਸਤਨਾਮ। ਜਿਨ੍ਹਾਂ ਨੇ ਮੰਨ ਲਿਆ ਗੁਰਮਖੋ, ਉਹਨਾਂ ਦੀ ਕਦਰ ਹੈ। ਆਪਾਂ ਗੁਰਸਿੱਖ ਪਰਿਵਾਰ ਬੈਠੇ ਆ, ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਮੰਨਦੇ ਆ, ਉਹਨਾਂ ਦਾ ਤਾਂ ਭਲਾ ਹੀ ਹੋਣਾ ਹੈ। ਇੱਥੇ ਤਾਂ ਜੇ ਕੋਈ ਹੋਰ ਮਜ਼ਹਬ ਦਾ ਵੀ ਸੱਚ ਦੇ ਰਾਹ ਤੁਰਿਆ, ਸਤਿਗੁਰ ਨੇ ਉਹਦਾ ਵੀ ਬਰਾਬਰੀ ਸਤਿਕਾਰ ਕੀਤਾ। ਆਖੋ ਸਤਨਾਮ। ਕਿਉਂਕਿ ਪਿਆਰਿਓ, ਇੱਕ ਆਪਣਾ ਸਿੱਖ ਧਰਮ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਡੀ ਵਿਚਾਰ ਇਹ ਹੈ ਵੀ ਸਭ ਦੇ ਨਾਲ ਤੁਰਨਾ ਤੇ ਸਭ ਨੂੰ ਨਾਲ ਲੈ ਕੇ ਤੁਰਨਾ। ਹੁਣ ਗੜਬੜ ਕੀ ਹੋ ਗਈ ਭਲਾ? ਜਿਹਨੂੰ ਥੋੜੀ ਬਹੁਤੀ ਪਾਵਰ ਮਿਲ ਜੇ, ਉਹ ਕਹਿੰਦਾ ਵੀ ਮੇਰੀ ਚੱਲੇ, ਮੈਂ ਨਹੀਂ ਕਿਸੇ ਦੀ ਸੁਣਨੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆ ਕਿੰਨੇ ਮਹੀਨੇ ਹੋ ਗਏ ਕਿਸਾਨ ਮਜ਼ਦੂਰ ਸੰਘਰਸ਼ ਚੱਲਦਾ ਗੁਰਮੁਖ। ਇਹੋ ਜਿਹੇ ਕਾਨੂੰਨ ਬਣਾ ਲਏ, ਭਾਰਤ ਵਿੱਚ ਰਹਿਣ ਵਾਲੇ ਸਾਰੇ ਹੀ ਔਖੇ ਐ, ਕੋਈ ਇੱਕ ਅੱਧਾ ਵਰਗ ਨਹੀਂ ਗੁਰਮੁਖ। ਤੇ ਉਤੋਂ ਧਰਨੇ ਲੱਗੀ ਜਾਂਦੇ ਐ, ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦਾ ਵਿਰੋਧ ਵੀ ਇਹ ਕਾਲੇ ਕਾਨੂੰਨ ਵਾਪਸ ਲੈ ਲਓ, ਮੰਨਣ ਨੂੰ ਫੇਰ ਤਿਆਰ ਨਹੀਂ ਗੁਰਮੁਖ। ਰਾਜਾ ਉਹ ਹੁੰਦਾ ਹੈ ਸੱਚਾ, ਜਿਹੜਾ ਪਰਜਾ ਦੇ ਭਲੇ ਵਾਸਤੇ ਯਤਨ ਕਰੇ। ਇਹ ਮਨਮਤੀਏ ਜਿਹੜੇ ਲੋਕ ਹੁੰਦੇ ਆ ਨਾ, ਜਿਹੜੇ ਮਨ ਦੀ ਹੋਈ ਕਰਦੇ ਆ ਵੀ ਜੋ ਅਸੀਂ ਕਹਿਤਾ ਬਸ ਉਹੀ ਚੱਲੂ, ਇਹ ਜਿਹਾਂ ਨੂੰ ਫਿਰ ਸਤਿਕਾਰ ਨਹੀਂ ਮਿਲਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ।
ਪਹਿਲਾਂ ਵੀ ਇੱਥੇ ਬੜੇ ਆਏ ਬੜੇ ਚਲੇ ਗਏ। ਗੁਰਮੁਖ ਪਿਆਰਿਓ, ਕੀ ਫਾਇਦਾ ਰਾਜੇ ਹੋਣ ਦਾ ਜੇ ਲਾਹਣਤਾਂ ਹੀ ਪੱਲੇ ਪਾਉਣੀਆਂ। ਗੁਰੂ ਕੁਛ ਸਮਝਣਾ ਚਾਹੀਦਾ ਹੈ। ਗੁਰੂਆਂ ਨੇ, ਭਗਤਾਂ ਨੇ, ਮਹਾਂਪੁਰਸ਼ਾਂ ਨੇ ਵੀ ਸਾਨੂੰ ਇਹੀ ਸਮਝਾਇਆ। ਪਰ ਆਓ, ਆਪਣਾ ਜਿਹੜਾ ਧਰਮ ਹੈ, ਸਿੱਖ ਧਰਮ, ਇਹਦੀ ਵਿਚਾਰਧਾਰਾ ਇਹ ਹੈ ਵੀ ਆਪ ਵੀ ਨਾਲ ਦੂਜਿਆਂ ਦੇ ਰਲਣਾ ਸਿੱਖੋ। ਜੇ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਵਿੱਚ ਆਏ ਨੇ, ਮੱਕੇ ਗਏ, ਉਹਨਾਂ ਵਰਗਾ ਹੀ ਬਾਣਾ ਪਾ ਕੇ ਗਏ, ਵਿੱਚ ਤਾਂ ਰਲ ਗਏ, ਪਰ ਜਦੋਂ ਹੋਈ ਚਰਚਾ, ਉਹ ਮੱਕੇ ਦੇ ਕਾਜੀ ਜਿਹੜੇ ਆਏ ਸੀ ਕਹਿੰਦੇ ਐਂ ਦੱਸ, ਹਿੰਦੂ ਵੱਡਾ ਹੈ ਜਾਂ ਮੁਸਲਮਾਨ? ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਨਾਲ ਕੋਈ ਨਫ਼ਰਤ ਨਹੀਂ ਕੀਤੀ, ਸੱਚ ਕਹਿਤਾ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਕਹਿੰਦੇ ਇੱਥੇ ਹਿੰਦੂ ਮੁਸਲਮਾਨ ਦਾ ਤਾਂ ਰੌਲਾ ਹੀ ਨਹੀਂ ਹੈ। ਇੱਥੇ ਤਾਂ ਜਿਹਦੇ ਅਮਲ ਚੰਗੇ ਆ, ਕਰਮ ਚੰਗੇ ਕਰਦਾ ਹੈ, ਉਹਦੀ ਜੈ ਜੈਕਾਰ ਹੈ। ਤੇ ਜਿਹਦੇ ਅਮਲ ਮਾੜੇ ਆ ਨਾ, ਕਰਮ ਮਾੜੇ ਹੈ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਕਹਿ ਲੋ ਵੀ ਚਾਹੇ ਸਿੱਖ ਹੈ, ਮਾੜੇ ਕਰਮਾਂ ਵਾਲਿਆਂ ਨੂੰ ਤਾਂ ਰੋਣਾ ਹੀ ਪੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੱਦਾਂ ਦੇ ਕਰਮ ਹੋਣੇ ਚਾਹੀਦੇ? ਆਓ, ਇੱਕ ਮਹਾਂਪੁਰਸ਼ ਬਾਬਾ ਫਰੀਦ ਜੀ, ਵੈਸੇ ਤਾਂ ਇਸਲਾਮ ਮਤ ਨਾਲ ਸੰਬੰਧਿਤ ਸੀਗੇ। ਗੁਰਮੁਖ ਪਿਆਰਿਓ, 7 ਮਈ 1280 ਦੇ ਵਿੱਚ ਇਤਿਹਾਸਕਾਰ ਦੱਸਦੇ ਆ ਵੀ ਬਾਬਾ ਫਰੀਦ ਜੀ ਪੈਦਾ ਹੋਏ। ਗੁਰੂ ਮਾਤਾ ਮਰੀਮ ਦੀ ਕੁੱਖੋਂ, ਪਿੰਡ ਸੀ ਖੋਤਵਾਲ, ਜ਼ਿਲ੍ਹਾ ਮੁਲਤਾਨ। ਤੇ ਸਾਧ ਸੰਗਤ ਜੀ, ਬਚਪਨ ਦੀ ਉਮਰ ਪਿਤਾ ਜੀ ਚਲਾਣਾ ਕਰ ਗਏ। ਤੇ ਮਾਤਾ ਨੇ ਕਹਿਣਾ, ਫਰੀਦ ਭਾਈ ਵਿਹਲਾ ਨਹੀਂ ਰਹਿਣਾ, ਵਿਦਿਆ ਪੜ੍ਹਨ ਜਾਇਆ ਕਰ। ਪੜ੍ਹਨ ਚਲੇ ਗਏ। ਤੇ ਜਿਹੜੇ ਪੜ੍ਹਾਉਣ ਵਾਲੇ ਸੀ, ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ ਹੈ। ਕਹਿੰਦੇ, ਫਰੀਦ ਕਹਿ ਅਲਫ। ਜਿਵੇਂ ਆਪਾਂ ਗੁਰਮੁਖੀ ਪੜ੍ਹਦੇ ਆਂ, ਪਹਿਲਾ ਅੱਖਰ ਪੜ੍ਹਾਇਆ ਜਾਂਦਾ ਊੜਾ ਗੁਰਮੁਖੋਂ। ਉਰਦੂ ਜਿਹੜੇ ਪੜ੍ਹਦੇ ਆ, ਉਰਦੂ ਦਾ ਪਹਿਲਾ ਅੱਖਰ ਹੈ ਅਲਫ। ਬਾਬਾ ਫਰੀਦ ਜੀ ਨੇ ਅਲਫ ਕਹਿਤਾ। ਪੜ੍ਹਾਉਣ ਵਾਲਾ ਫੇਰ ਕਹਿ ਰਿਹਾ, ਕਹਿੰਦਾ ਹੁਣ ਤੈਨੂੰ ਅਲਫ ਆ ਗਿਆ ਨਾ, ਕਹਿ ਬੇ। ਜਿਵੇਂ ਊੜੇ ਤੋਂ ਬਾਅਦ ਐੜਾ ਆਉਂਦਾ, ਉਰਦੂ ਦੀ ਬੇ ਆਉਂਦੀ ਹੈ। ਤੇ ਬਾਬਾ ਫਰੀਦ ਜੀ ਕਹਿੰਦੇ, ਮੈਂ ਬੇ ਤਾਂ ਕਹੂੰ, ਪਹਿਲਾਂ ਮੈਨੂੰ ਅਲਫ ਦੇ ਅਰਥ ਦੱਸੋ ਕੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਤੇ ਗੁਰਸਿੱਖੋ ਆਪਣੇ ਵਿੱਚ ਆਹ ਭਾਵਨਾ ਆ ਜੇ ਵੀ ਜਿੰਨਾ ਕੁ ਪੜ੍ਹਿਆ ਪਹਿਲਾਂ ਉਹਨੂੰ ਸਮਝ ਲਈਏ, ਫੇਰ ਅੱਗੇ ਵਧਾਂਗੇ, ਫਿਰ ਤਾਂ ਬਣ ਜੇ ਗੱਲ। ਪਰ ਅਸਲ ਵਿੱਚ ਕੱਲੇ ਤੁਸੀਂ ਨਹੀਂ, ਮੈਂ ਵੀ ਵਿੱਚੋਂ ਹੀ ਆ। ਆਪਾਂ ਪੜ੍ਹ ਤਾਂ ਬਹੁਤ ਲਿਆ ਕੁਛ ਗੁਰੂ, ਪਰ ਸਮਝਿਏ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਸਮਝ ਨਹੀਂ ਆਉਂਦੀ, ਪੜ੍ਹੇ ਹੋਏ ਮੁਤਾਬਕ ਚੱਲਦੇ ਨਹੀਂ, ਫਿਰ ਐਂ ਸਮਝ ਲਓ ਵੀ ਕਿਤਾਬਾਂ ਦਾ ਬੋਝ ਹੀ ਚੱਕੀ ਫਿਰਦੇ ਆ ਸਿਰ ਤੇ, ਅਸਰ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ, ਮੈਂ ਅਲਫ ਕਹਿਤਾ, ਬੇ ਤਾਂ ਸਿੱਖੂ, ਪਹਿਲਾਂ ਅਲਫ ਦੇ ਅਰਥ ਦੱਸੋ। ਤੇ ਪੜ੍ਹਾਉਣ ਵਾਲੇ ਕਹਿੰਦੇ ਨੇ, ਅਲਫ ਦਾ ਅਰਥ ਹੈ ਅੱਲਾ। ਤੇ ਬਾਬਾ ਫਰੀਦ ਜੀ ਕਹਿੰਦੇ, ਜੇ ਅਲਫ ਦਾ ਅਰਥ ਅੱਲਾ ਹੈ, ਫਿਰ ਮੈਨੂੰ ਹੋਰ ਕੁਝ ਪੜ੍ਹਨ ਦੀ ਲੋੜ ਹੀ ਨਹੀਂ, ਅੱਲਾ ਹੀ ਚਾਹੀਦਾ। ਬਚਪਨ ਤੋਂ ਹੀ ਬਿਰਤੀ। ਇਹ ਸਾਰੀ ਦੇਣ ਮਾਂ ਦੀ ਸੀ। ਬੀਬੀਆਂ ਇੱਥੇ ਵੀ ਬੈਠੀਆਂ, ਦੇਖੋ ਪੜ੍ਹਾਈ ਵੀ ਕਰੀਦੀ ਹੈ, ਕੰਮ ਵੀ ਕਰੀਦਾ ਘਰ ਦਾ, ਪਰ ਗੁਰਬਾਣੀ ਦੇ ਮੁਤਾਬਕ ਉਸ ਬੀਬੀ ਦੀ ਕਦਰ ਹੈ ਜਿਹਦੇ ਬੱਚੇ ਧਰਮ ਨਾਲ ਜੁੜਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕੋਲੋਂ ਨਹੀਂ ਕਹਿੰਦਾ, ਮੈਂ ਮਾਫੀ ਪਹਿਲਾਂ ਮੰਗਦਾ। ਗੁਰੂ ਮਹਾਰਾਜ ਤਾਂ ਇੱਥੋਂ ਤੱਕ ਲਿਖ ਗਏ,
ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜਿਹੜੇ ਬੱਚਿਆਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਨਹੀਂ ਵਸਦਾ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਫਿਰ ਬਾਂਝ ਹੀ ਚੰਗੀ ਸੀ ਕਹਿੰਦੇ। ਹੁਣ ਇੱਥੇ ਦੇਖ ਲਓ ਆਪਣੇ ਵੀ ਮਾਂ ਪਿਓ ਹੈਗੇ, ਜੇ ਤਾਂ ਆਪਾਂ ਕਰਾਂਗੇ ਧਰਮ ਗੁਰਮੁਖੋ ਚੰਗੇ ਕੰਮ ਕਰੋਗੇ ਫਿਰ ਤਾਂ ਦੇਖਣ ਵਾਲੇ ਕਹਿਣਗੇ ਭਾਈ ਧੰਨ ਹੈ ਤੇਰੀ ਜ਼ਿੰਦਗੀ ਤੇ ਧੰਨ ਹੈ ਤੈਨੂੰ ਜਨਮ ਦੇਣ ਵਾਲੇ, ਤੇ ਜੇ ਕਰਮ ਕਰਾਂਗੇ ਮਾੜੇ ਫਿਰ ਸਤਕਾਰ ਨਹੀਂ ਮਿਲਣਾ। ਫਿਰ ਇਹੋ ਜਿਹੇ ਬਚਨ ਪੜ੍ਹੇ ਜਾਂਦੇ ਆ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ। ਜਦੋਂ ਕੋਈ ਬਜ਼ੁਰਗ ਚਲਿਆ ਜਾਂਦਾ ਹੈ, ਕਿਸੇ ਦਾ ਪਿਤਾ ਚਲਿਆ ਗਿਆ, ਕਿਸੇ ਦੀ ਮਾਂ ਚਲੀ ਗਈ, ਪਾਠ ਕਰਾ ਦਿੰਨੇ ਆ, ਭੋਗ ਪਵਾ ਦਿੰਨੇ ਆ, ਸਰਦਾ ਮੁਤਾਬਕ ਵੱਧ ਤੋਂ ਵੱਧ ਬਿਤੋਂ ਵੱਧ ਕੇ ਦਾਨ ਪੁੰਨ ਵੀ ਕਰੀਦਾ, ਲੰਗਰ ਲਾਉਂਦੇ ਆ, ਲੱਡੂ ਜਲੇਬੀਆਂ ਗੁਲਾਬ ਜਾਮਣਾ ਤੱਕ ਪਕਾ ਦਿੰਨੇ ਆ। ਠੀਕ ਹੈ, ਕਰ ਲੋ ਜੋ ਹੁੰਦਾ ਹੈ, ਪਰ ਆਹ ਗੱਲ ਵੀ ਪੱਲੇ ਬੰਨੋ ਵੀ ਬਜ਼ੁਰਗ ਤਾਂ ਚਲੇ ਗਏ, ਹੁਣ ਆਪਾਂ ਆਪਣਾ ਜੀਵਨ ਉਹੇ ਜਿਹਾ ਬਣਾਈਏ ਆਉਣ ਵਾਲੇ ਸਮੇਂ 'ਚ ਦੁਨੀਆ ਕਹੇ ਧੰਨ ਹੈ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੁੰਦੀ ਹੈ ਗੁਰਮੁਖੋ ਸੱਚੀ ਸ਼ਰਧਾਂਜਲੀ। ਗੁਰਬਾਣੀ ਮਹਾਰਾਜ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇ ਫਿਰਹਿ ਬਿਨ ਨਾਵੈ ਓਏ ਖੱਪ ਖੱਪ ਮੂਏ ਕਰਾਂਝਾ। ਕਹਿੰਦੇ ਭਜਨ ਤੋਂ ਬਿਨਾ ਉਹੀ ਸੁਣਨੀਆਂ ਹੀ ਫਿਰਦੀਆਂ ਦੇਹਾਂ, ਕੰਮ ਧੰਦੇ ਕਰਦੇ ਕਰਦੇ ਖੱਪ ਖੱਪ ਕੇ ਮਰ ਰਹੇ ਆ, ਕਦਰ ਨਹੀਂ ਪੈਂਦੀ ਗੁਰੂ। ਦੂਜਾ ਪੱਖ ਵੀ ਵੇਖ ਲਓ, ਪਾਤਸ਼ਾਹ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਇਸ ਸੰਸਾਰ ਵਿੱਚ ਰਹਿਣਾ ਨਫ਼ਰਤ ਦੇ ਬੀਜ ਨਾ ਬੀਜਿਆ ਕਰ, ਪ੍ਰੇਮ ਨਾਲ ਜ਼ਿੰਦਗੀ ਜਿਉਇਆ ਕਰ। ਜਿੱਥੇ ਸੰਸਾਰ ਨਾਲ ਪ੍ਰੇਮ ਨਿਭਾ ਰਹੇ ਹੈ ਨਿਰੰਕਾਰ ਨਾਲ ਵੀ ਪ੍ਰੇਮ ਹੋਣਾ ਚਾਹੀਦਾ ਹੈ। ਜਿਨ੍ਹਾਂ ਦੀ ਉਸ ਪਰਮਾਤਮਾ ਦੇ ਨਾਲ ਦਿਲੋਂ ਮੁਹੱਬਤ ਹੈ ਉਹ ਨੇ ਸੱਚੇ ਗੁਰਮੁਖ। ਤੇ ਅੱਗੇ ਮਹਾਰਾਜ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਕਹਿੰਦੇ ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ ਤੇ ਮੂੰਹੋਂ ਕੁਝ ਹੋਰ ਕਹਿੰਦੇ ਐ ਉਹ ਕੱਚੇ ਨੇ, ਉਹਨਾਂ ਨੂੰ ਤਾਂ ਰੱਬ ਦੀ ਦਰਗਾਹ 'ਚੋਂ ਵੀ ਧੱਕੇ ਪੈਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਉਹਨਾਂ ਦੀ ਕਦਰ ਪੈਣੀ ਆ ਜਿਨ੍ਹਾਂ ਦਾ ਰੱਬ ਨਾਲ ਪ੍ਰੇਮ ਹੈ, ਪ੍ਰਮਾਤਮਾ ਦੇ ਇਸ਼ਕ ਵਿੱਚ ਰੰਗੇ ਹੋਏ ਨੇ, ਚਾਹੁੰਦੇ ਨੇ ਸਾਨੂੰ ਅੱਲਾ ਦੇ ਦਰਸ਼ਨ ਹੋਣ, ਵਾਹਿਗੁਰੂ ਦੇ ਪਰਮਾਤਮਾ ਦੇ ਦਰਸ਼ਨ ਹੋਣ, ਉਹ ਨੇ ਸੱਚੇ। ਤੇ ਜਿਨ੍ਹਾਂ ਨੂੰ ਰੱਬ ਨਾਲ ਇਸ਼ਕ ਹੈ ਨਹੀਂ, ਪ੍ਰੇਮ ਹੈ ਨਹੀਂ, ਉਹਨਾਂ ਬਾਰੇ ਕੀ ਲਿਖਿਆ? ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰ ਥੀਏ। ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਵਿਸਰ ਗਿਆ ਉਹ ਤਾਂ ਧਰਤੀ ਤੇ ਭਾਰ ਨੇ, ਭਾਰ ਗੁਰਮੁਖੋ। ਇੱਕ ਦੂਜੇ ਤੇ ਕਿਤੇ ਬੋਝ ਹੀ ਨਾ ਬਣ ਕੇ ਰਹਿ ਜਾਈਏ, ਆਪਾਂ ਚੰਗਾ ਜੀਵਨ ਜਿਉਣਾ। ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰ ਥੀਏ। ਫਿਰ ਅਗਲਾ ਬਚਨ ਆਇਆ, ਕਹਿੰਦੇ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਉਸ ਵਾਹਿਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੋਗੀ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਲੜ ਲਾ ਲਿਆ, ਉਹਨਾਂ ਦਾ ਸੰਸਾਰ ਤੇ ਆਉਣਾ ਵੀ ਸਫਲ। ਤੇ ਬਾਬਾ ਫਰੀਦ ਜੀ ਕਹਿੰਦੇ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧਨ ਤੇ ਸੰਸਾਰ ਵਿੱਚ ਆਉਣਾ ਵੀ ਸਫਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਂ ਪਿਓ ਨੂੰ ਧੰਨ ਧੰਨ ਜੇ ਕਹਾਉਣਾ ਤਾਂ ਅੱਗੇ ਬਾਬਾ ਜੀ ਕਹਿੰਦੇ ਐਦਾਂ ਬੇਨਤੀ ਕਰਿਆ ਕਰੋ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ। ਹੇ ਪਰਵਤਗਾਰ ਵਾਹਿਗੁਰੂ ਪ੍ਰਮਾਤਮਾ ਭਗਵਾਨ ਅੱਲਾ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਆ, ਤੁਸੀਂ ਬਖਸ਼ਣ ਵਾਲੇ ਹੋ। ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ। ਸੇਖ ਫਰੀਦੈ ਖੈਰ ਦੀਜੈ ਬੰਦਗੀ। ਕਹਿੰਦੇ ਅਸੀਂ ਖੈਰ ਮੰਗਦੇ ਆ, ਇਹ ਮੰਗ ਕਰਦੇ ਆ ਸਾਨੂੰ ਬੰਦਗੀ ਦੀ ਦਾਤ ਦੇ ਦਿਓ। ਇਹ ਬੇਨਤੀ ਕਰਨ ਦਾ ਤਰੀਕਾ ਹੈ। ਵੈਸੇ ਹੈ ਔਖਾ ਗੁਰਮੁਖੋ। ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ,
ਪਰਮਾਤਮਾ ਤੁਸੀਂ ਸਾਡੀ ਪਹੁੰਚ ਤੋਂ ਬਹੁਤ ਦੂਰ ਹੋ, ਪਰਵਦਗਾਰ ਹੋ, ਸਭ ਦੀ ਪਾਲਣਾ ਕਰਨ ਵਾਲੇ ਹੋ, ਤੇਰੇ ਬਾਰੇ ਜਾਣਨਾ ਹੈ ਤਾਂ ਔਖਾ, ਪਰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਬਾਬਾ ਫਰੀਦ ਜੀ ਕਹਿੰਦੇ ਜਿਨ੍ਹਾਂ ਨੇ ਇਸ ਸੱਚ ਨੂੰ ਪਛਾਣ ਲਿਆ, ਮੇਰਾ ਤਾਂ ਜੀ ਕਰਦਾ ਮੈਂ ਉਹਨਾਂ ਦੇ ਚਰਨ ਚੁੰਮਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਤਕਾਰ ਹੈ ਜੁੜਨ ਵਾਲਿਆਂ ਦਾ। ਜੁੜਨਾ ਹੈ ਭਾਈ। ਬਾਬਾ ਫਰੀਦ ਜੀ ਕਹਿੰਦੇ ਮੈਨੂੰ ਹੋਰ ਬਾਹਲੀ ਵਿਦਿਆ ਨਹੀਂ ਚਾਹੀਦੀ, ਬਸ ਅੱਲਾ ਚਾਹੀਦਾ। ਇਹ ਲਗਨ ਕਿੱਥੋਂ ਲੱਗੀ ਸੀ ਭਲਾ? ਮਾਂ ਨੇ ਸਿਖਾਇਆ ਸੀ। ਭੈਣਾਂ ਨੂੰ, ਮਾਈਆਂ ਨੂੰ ਬੇਨਤੀ ਹੈ, ਇਹੋ ਜਿਹੇ ਕੰਮ ਆਪਾਂ ਵੀ ਕਰਨੇ ਆ। ਬਾਬਾ ਫਰੀਦ ਜੀ ਦੇ ਪਿਤਾ ਜੀ ਬਚਪਨ 'ਚ ਕਰ ਗਏ ਚਲਾਣਾ, ਤੇ ਮਾਂ ਨੇ ਕਹਿਣਾ ਬੇਟਾ ਅੱਲਾ ਦੀ ਇਬਾਦਤ ਕਰਿਆ ਕਰ। ਉਹ ਕਹਿੰਦੇ ਮਾਂ ਕੀ ਮਿਲੂ ਮੈਨੂੰ? ਕਹਿੰਦੀ ਤੈਨੂੰ ਮੈਂ ਮਿੱਠੀ ਚੀਜ਼ੀ ਦਿਆ ਕਰਾਂਗੀ। ਵੈਸੇ ਤਾਂ ਬੱਚੇ ਤੁਹਾਨੂੰ ਪਤਾ ਹੈ ਆਖੇ ਕਿੱਥੇ ਲੱਗਦੇ, ਪਰ ਲਾਲਚ ਦੇਣਾ ਪੈਂਦਾ ਗੁਰਮੁਖ। ਲਾਲਚ ਮਾਂ ਨੇ ਕੀ ਦਿੱਤਾ ਹੈ? ਕਹਿੰਦੀ ਤੈਨੂੰ ਮੈਂ ਮਿੱਠੀ ਚੀਜ਼ ਖਵਾਇਆ ਕਰੂੰ, ਕਦੇ ਸ਼ਹਿਦ ਖਵਾਉਣਾ, ਕਦੇ ਗੁੜ, ਕਦੇ ਸ਼ੱਕਰ। ਤੇ ਸਾਧ ਸੰਗਤ ਜੀ, ਉਹ ਲਾਲਚ ਵਿੱਚ ਬਾਬਾ ਫਰੀਦ ਜੀ ਨਮਾਜ਼ ਪੜ੍ਹਨ ਲੱਗ ਗਏ। ਇੱਕ ਦਿਨ ਕਹਿੰਦੇ ਮਾਂ ਇਹ ਤਾਂ ਸਾਰੀਆਂ ਚੀਜ਼ਾਂ ਮੈਂ ਖਾ ਕੇ ਵੇਖ ਲਈਆਂ, ਰਸ ਬਹੁਤ ਆਉਂਦਾ, ਕੋਈ ਇਦੋਂ ਅੱਗੇ ਵੀ ਰਸ ਹੈਗਾ? ਤੇ ਮਾਤਾ ਨੇ ਆਖਿਆ ਪੁੱਤਰ ਅੱਗੇ ਵੀ ਰਸ ਹੈਗਾ, ਜੇ ਤੂੰ ਇਦੋਂ ਅੱਗੇ ਦਾ ਰਸ ਲੈਣਾ ਉਹ ਅੱਲਾ ਵੱਲੋਂ ਮਿਲੂ ਜਿੱਦੇ ਅੱਲਾ ਦੇ ਦੀਦਾਰ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤਾਂ ਆ ਸੰਸਾਰੀ ਮਿੱਠਾ ਹੀ ਦੇ ਸਕਦੀ ਸੀ, ਇਦੋਂ ਬਾਅਦ ਦਾ ਰਸ ਅੱਲਾ ਨੂੰ ਮਿਲ ਕੇ ਆਉਣਾ ਹੈ। ਬਸ ਇਹੋ ਜੀ ਲਗਨ ਲਾਈ, ਵਿਦਿਆ ਵੀ ਪੜ੍ਹਨੀ, ਉਹ ਪੜ੍ਹਨੀ ਜਿਹਦੇ ਵਿੱਚ ਅੱਲਾ ਦੀ ਯਾਦ ਹੋਵੇ। ਗੁਰੂ ਭਜਨ ਬੰਦਗੀ ਕੀਤੀ ਤੇ ਭਜਨ ਦਾ ਪ੍ਰਤਾਪ ਸੀ। ਇਹ ਜੇ ਦਿਮਾਗ ਦੇ ਰਾਹੀਂ ਬਚਨ ਉਚਾਰ ਗਏ, ਅੱਜ ਤੱਕ ਜਿਨ੍ਹਾਂ ਨੂੰ ਮੱਥੇ ਟੇਕਦੇ ਐ। ਤੁਹਾਨੂੰ ਪਤਾ ਹੈ ਆਪਾਂ ਚਾਹੁੰਦੇ ਆ ਵੀ ਆਜ਼ਾਦ ਹੋਈਏ। ਬੱਚਿਆਂ ਨੂੰ ਪੁੱਛੀਦਾ, ਕਹਿਣਗੇ ਹੁਣ ਤਾਂ ਮਾਂ ਪਿਓ ਆਪਦੀ ਮਰਜ਼ੀ ਚਲਾਉਂਦੇ ਆ, ਸਾਡੀ ਕਿਹੜਾ ਕੋਈ ਸੁਣਦਾ? ਸਾਡਾ ਘਰ ਹੋਊ ਅਸੀਂ ਆਪਦੀ ਚਲਾਵਾਂਗੇ। ਜਦੋਂ ਆਪਦਾ ਘਰ-ਬਾਰ ਬਣ ਜਾਂਦਾ ਹੈ, ਆ ਬੈਠੇ ਹੋ ਗ੍ਰਸਤੀ, ਘਰ ਚਲਾਉਣੇ ਕਿਹੜਾ ਸੌਖੇ ਪਏ ਐ। ਪਰਿਵਾਰ ਵਧਾ ਲੇ, ਕੋਈ ਨਾ ਕੋਈ ਪੈਰ ਕਿਤੇ ਨਾ ਕਿਤੇ ਮੁਸ਼ਕਲ ਵਿੱਚ ਫਸਿਆ ਹੀ ਰਹਿੰਦਾ। ਗੁਰੂ ਆ ਬੈਠੇ ਹੋ ਮਾਈ ਭਾਈ, ਕਬੀਲਦਾਰੀ ਦੇ ਆਗੂ ਤਾਂ ਬਣ ਗਏ, ਹੁਣ ਕਿਹੜਾ ਆਪਾਂ ਸੌਖੇ ਹੋ ਗਏ। ਸਗੋਂ ਜਦੋਂ ਦੀ ਕਬੀਲਦਾਰੀ ਗਲ ਪਈ, ਹੁਣ ਕਹਿੰਦੇ ਆ ਵੀ ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ, ਜਦ ਦਾ ਬਾਪੂ ਅਖਵਾਇਆ ਏ ਸਾਨੂੰ ਸੁੱਖ ਦਾ ਸਾਹ ਨਾ ਆਇਆ ਏ। ਬੱਚੇ ਕਹਿੰਦੇ ਆ ਸਾਡੀ ਆਪਣੀ ਚੱਲੇ, ਸਾਡਾ ਘਰ ਹੋਊ। ਜਦੋਂ ਆਪਦੀ ਚੱਲਦੀ ਹੈ ਉਦੋਂ ਕਬੀਲਦਾਰੀਆਂ ਦਾ ਬੋਝ ਪੈ ਜਾਂਦਾ ਹੈ। ਕੋਈ ਨਹੀਂ ਕਿਸੇ ਦਾ ਗੁਲਾਮ ਰਹਿਣਾ ਚਾਹੁੰਦਾ। ਚਾਹੁੰਦੇ ਆ ਨਾ ਆਜ਼ਾਦੀ। ਆ ਵਿਦੇਸ਼ਾਂ ਨੂੰ ਕਿਉਂ ਭੱਜਦੇ ਆ? ਕਿੰਨੇ ਕਿੰਨੇ ਪੈਸੇ ਲਾ ਕੇ, ਕਿੰਨਾ ਕਿੰਨਾ ਖਰਚਾ ਕਰਕੇ, ਘਰ-ਬਾਰ ਜ਼ਮੀਨਾਂ ਛੱਡ ਕੇ ਬਗਾਨਿਆਂ ਦੀ ਜਾ ਕੇ ਨੌਕਰੀ ਕਰਦੇ ਆ। ਕਾਰਨ ਕੀ? ਕਾਇਦਾ ਕਾਨੂੰਨ ਤਾਂ ਆਪਣੇ ਦੇਸ਼ ਦਾ ਵੀ ਵਧੀਆ ਗੁਰਮੁਖੋ, ਪਰ ਇੱਥੇ ਇਹਨੂੰ ਚਲਾਉਣ ਵਾਲੇ ਠੀਕ ਨਹੀਂ ਹੈਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵੀ ਸਮਾਂ ਸੀ ਸਾਡੇ ਵੱਡੇ ਵਡੇਰਿਆਂ ਨੇ ਲੜਾਈਆਂ ਝਗੜੇ ਕਰ ਕਰਕੇ, ਜੰਗ ਯੁੱਧ ਕਰਕੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਿਆ ਸੀ। ਹੁਣ ਫੇਰ ਜਾ ਕੇ ਪੈਸੇ ਖਰਚ ਕੇ ਉਹਨਾਂ ਦੇ ਗੁਲਾਮ ਹੁੰਨੇ ਆਪਾਂ। ਕਾਰਨ ਕੀ? ਕਹਿੰਦੇ ਉੱਥੇ ਕਾਇਦਾ ਕਾਨੂੰਨ ਠੀਕ ਹੈ, ਇਨਸਾਫ ਮਿਲਦਾ ਹੈ, ਤੇ ਆਪਣੇ ਗੁਰਮਖੋ ਇਨਸਾਫ ਨਹੀਂ ਮਿਲਦਾ। ਨਹੀਂ ਕਿਹਦਾ ਜੀ ਕਰਦਾ ਪਰਿਵਾਰ ਛੱਡ ਕੇ ਬਗਾਨਿਆਂ ਦੇ ਜਾ ਕੇ ਅਸੀਂ ਨੌਕਰ ਬਣੀਏ? ਜੀ ਨਹੀਂ ਕਰਦਾ। ਅੱਜ ਆਪਾਂ ਕਹਿੰਦੇ ਆ ਇਹ ਗੱਲਾਂ ਬਾਬਾ ਫਰੀਦ ਜੀ ਨੇ ਤਕਰੀਬਨ 700-800 ਸਾਲ ਪਹਿਲਾਂ ਹੀ ਕਹਿਤੀਆਂ। ਗੁਰੂ ਪਤਾ ਹੈ ਨਾ, ਪੜ੍ਹਦੇ ਆ ਬਚਨ। ਲਓ ਬਾਬਾ ਫਰੀਦ ਜੀ ਦਾ ਬਚਨ ਹੈ, ਫਰੀਦਾ ਬਾਰ ਪਰਾਇਆ ਬੈਸਣ ਸਾਈਂ ਮੁਝੈ ਨਾ ਦੇ।
ਸੁਣੋ ਗੁਰਬਾਣੀ ਵਿੱਚ ਮਹਾਰਾਜ ਕੀ ਕਹਿੰਦੇ ਹਨ। ਫਰੀਦਾ ਬਾਰ ਪਰਾਇਐ ਬੈਸਣਾ, ਸਾਈਂ ਮੁਝੈ ਨਾ ਦੇਹੇ। ਕਹਿੰਦੇ ਗੁਲਾਮੀ ਨਹੀਂ ਚਾਹੀਦੀ। ਜੇ ਮੈਨੂੰ ਕਿਸੇ ਦੇ ਦਰ ਤੇ ਬਹਿਣ ਜੋਗਾ ਰੱਖਣਾ ਹੈ, ਕਿਸੇ ਦੇ ਪਰਾਏ ਦੇ ਦੁਆਰੇ ਜੋਗਾ ਰੱਖਣਾ ਹੈ, ਫਿਰ ਕਹਿੰਦੇ ਮੈਂ ਜਿਉਣਾ ਵੀ ਨਹੀਂ ਚਾਹੁੰਦਾ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ। ਕਹਿੰਦੇ ਮੈਨੂੰ ਨਹੀਂ ਇਹ ਮਨਜ਼ੂਰ ਵੀ ਮੈਂ ਕਿਸੇ ਦੇ ਦਰ ਤੇ ਜਾ ਕੇ ਬੈਠਾ ਮੰਗਤਿਆਂ ਵਾਂਗੂ। ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੇਹੇ। ਕਹਿੰਦੇ ਜੇ ਮੈਨੂੰ ਐਂ ਰੱਖਣਾ ਵੀ ਉਹਦੇ ਦਰ ਤੇ ਜਾ ਕੇ ਮੰਗ ਲਿਆ, ਉਹਦੇ ਮੰਗ ਲਿਆ, ਮੈਂ ਜਿਉਣਾ ਹੀ ਨਹੀਂ ਚਾਹੁੰਦਾ। ਮੇਰੀ ਇਸ ਦੇਹੀ ਚੋਂ ਆਪਦੀ ਜੀਵ ਆਤਮਾ ਹੁਣੇ ਹੀ ਕੱਢ ਲੈ। ਆਖੋ ਸਤਨਾਮ ਵਾਹਿਗੁਰੂ। ਦੇਖੋ ਕਿੰਨਾ ਸਮਾਂ ਪਹਿਲਾਂ ਕਿਹਾ, ਗੁਲਾਮੀ ਚੰਗੀ ਨਹੀਂ ਹੈ ਗੁਰਮੁਖੋ। ਆਜ਼ਾਦ ਹੋਣਾ ਚਾਹੀਦਾ ਜੀਵਨ, ਪਰ ਆਜ਼ਾਦ ਹੋ ਕੇ ਵੀ ਇਹ ਨਾ ਹੋਵੇ ਅਸੀਂ ਬਦਫੈਲੀਆਂ ਕਰੀਏ ਗੁਰਮੁਖ। ਜੇ ਆਜ਼ਾਦੀ ਮਿਲ ਗਈ ਉਹਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ। ਲਓ ਧਾਰਨਾ ਦੇ ਰੂਪ ਵਿੱਚ ਬੋਲਿਓ ਸਾਰੇ, ਕੀ ਹੈ ਕਿਸੇ ਨੂੰ ਯਾਦ ਰਹਿ ਜੇ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ। ਜੇ ਤੂੰ ਇਹ ਵੈ ਰੱਖਸੀ ਕਹਿੰਦੇ ਜੇ ਮੈਨੂੰ ਦਰ ਦਰ ਦੀਆਂ ਠੋਕਰਾਂ ਖਾਣ ਜੋਗਾ ਰੱਖਣਾ, ਪਰਾਏ ਦੇ ਦਰ ਤੇ ਬਹਿਣ ਜੋਗਾ ਰੱਖਣਾ, ਇਸ ਸਰੀਰ ਚੋਂ ਜੀਵ ਆਤਮਾ ਕੱਢ ਲੈ, ਮੈਂ ਜਿਉਣਾ ਨਹੀਂ ਚਾਹੁੰਦਾ। ਮਾਂ ਨੇ ਸਮਝਾਇਆ, ਪੁੱਤਰ ਭਗਤੀ ਕਰਿਆ ਕਰ। ਇਹੋ ਜਿਹੇ ਬਚਨ ਮੰਨੇ, ਜੰਗਲਾਂ ਨੂੰ ਚਲੇ ਗਏ ਗੁਰਮੁਖ। ਇੱਕ ਦਿਨ ਸਿਆਲ ਦੀ ਰੁੱਤ, ਧੁੰਦ ਬਹੁਤ ਪਈ ਹੋਈ, ਤੇ ਬਾਬਾ ਫਰੀਦ ਜੀ ਜੰਗਲ ਵਿੱਚ ਖੜੇ ਅੱਲਾ ਅੱਲਾ ਜਪੀ ਜਾਂਦੇ। ਸੁੰਨ ਹੋ ਗਿਆ ਸਰੀਰ, ਤੇ ਇੰਨੇ ਨੂੰ ਇੱਕ ਬੰਦਾ ਤੁਰਿਆ ਆਉਂਦਾ। ਧੁੰਦ ਸੀ, ਪਤਾ ਲੱਗਿਆ ਨਾ। ਉਹਦੇ ਕੋਲੇ ਸੀ ਕੁਹਾੜਾ ਗੁਰਮੁਖ। ਉਹਦਾ ਕੰਮ ਕੀ ਸੀ? ਉਹ ਸੁੱਕੀਆਂ ਸੁੱਕੀਆਂ ਲੱਕੜਾਂ ਲਿਆ ਕੇ ਵੱਢਦਾ। ਉਹ ਫਿਰ ਲੱਕੜ ਬਾਲ ਕੇ ਕੋਲੇ ਬਣ ਜਾਂਦੇ ਨਾ, ਜਦੋਂ ਉਹਨਾਂ ਵਿੱਚ ਲੋਹਾ ਗਰਮ ਕਰਕੇ ਕਹਾੜੀਆਂ ਦਾਤੀਆਂ ਆਦਿਕ ਬਣਾਉਂਦਾ ਹੁੰਦਾ। ਲੋਹਾਰ ਸੀ ਉਹ। ਉਹਨੇ ਜਦੋਂ ਕਹਾੜਾ ਪੁੱਠਾ ਮਾਰਿਆ ਗੁਰਮੁਖ, ਦੇਖਦਾ ਸੀ ਖੜਕਾ ਕਰਕੇ ਵੀ ਲੱਕੜ ਤਾਂ ਖੜੀ ਐ, ਸੁੱਕੀ ਐ ਜਾਂ ਗਿੱਲੀ। ਉਹ ਬਾਬਾ ਫਰੀਦ ਜੀ ਦੇ ਮਾਰਿਆ। ਉਹਨੂੰ ਐ ਸੀ ਵੀ ਕੋਈ ਮੁੱਚਰ ਖੜਾ, ਉੱਤੋਂ ਦਰਖਤ ਵੱਢਿਆ ਹੋਣਾ।
ਜਦੋਂ ਬਾਬਾ ਫਰੀਦ ਜੀ ਦੇ ਕੁਹਾੜਾ ਮਾਰਿਆ ਪੁੱਠਾ ਤੇ ਬਾਬਾ ਫਰੀਦ ਜੀ ਬੋਲ ਪਏ, ਕਹਿੰਦੇ ਦੇਖੀ ਭਰਾਵਾ ਹੁਣ ਤਾਂ ਬਚ ਗਿਆ, ਕਿਤੇ ਹੋਰ ਨਾ ਮਾਰੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੈਂ ਲੱਕੜ ਨਹੀਂ, ਮੈਂ ਮਨੁੱਖ ਹਾਂ, ਕਹਿੰਦੇ ਕੋਈ ਸਰਾਫ ਨਹੀਂ ਦਿੱਤਾ। ਇੱਕ ਤੁਸੀਂ ਹੋਰ ਦੇਖਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਦੀ ਬਾਣੀ, ਮਹਾਂਪੁਰਸ਼ਾਂ ਦੀ ਬਾਣੀ ਹੈ, ਇਹਨਾਂ ਵਿੱਚੋਂ ਇੱਕ ਵੀ ਇਹੋ ਜਿਹਾ ਨਹੀਂ ਮਿਲੂ ਜਿਹਨੂੰ ਵਿਰੋਧੀਆਂ ਨੇ ਦੁੱਖ ਦਿੱਤੇ ਹੋਣ ਤੇ ਉਹਨਾਂ ਨੂੰ ਕੋਈ ਸਰਾਪ ਦੇਤਾ ਹੋਵੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹ ਗੁਰੂ ਸਾਹਿਬਾਨਾਂ ਨੇ ਬੜਾ ਸੋਚ ਸਮਝ ਕੇ ਕਾਰਜ ਕੀਤਾ ਹੈ। ਆ ਕਈ ਹੁੰਦੇ ਆ ਨਾ ਵੀ ਮਾੜੀ ਜੀ ਗੱਲ ਤੋਂ ਦੁਖੀ ਹੋ ਕੇ ਸਰਾਪ ਹੀ ਦੇ ਦਿੰਦੇ ਆ ਵੀ ਤੇਰਾ ਆ ਹੋ ਜੇ, ਆ ਹੋ ਜੇ। ਆਪਣੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬਹਿ ਗਏ, ਸੀਸ ਵਿੱਚ ਤੱਤਾ ਰੇਤਾ ਪਾਈ ਜਾਂਦੇ ਐ, ਉਹਨਾਂ ਨੂੰ ਵੀ ਮਾੜਾ ਨਹੀਂ ਕਿਹਾ, ਸਗੋਂ ਉੱਚੀ ਉੱਚੀ ਕਹਿੰਦੇ ਆ ਤੇਰਾ ਕੀਆ ਮਿੱਠਾ ਲੱਗ ਗਿਆ। ਤੇ ਆਪਾਂ ਮਾੜੀ ਮਾੜੀ ਗੱਲ ਤੇ ਗੁਰਮੁਖੋ ਵੱਡੇ ਵੱਡੇ ਵਿਰੋਧ ਖੜੇ ਕਰ ਲੈਂਦੇ। ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਿਕੰਦਰ ਲੋਧੀ ਵਰਗੇ ਸੰਗਲਾਂ ਨਾਲ ਨੂੜ ਨੂੜ ਕੇ ਗੰਗਾ 'ਚ ਸਿੱਟਦੇ ਰਹੇ, ਹਾਥੀਆਂ ਮੂਹਰੇ ਸਿੱਟਦੇ ਰਹੇ, ਪਰ ਦੇਖ ਲੋ ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਪਰੈ ਹਰ ਕੀ ਓਟ। ਉਹ ਤਾਂ ਹਾਥੀਆਂ ਨਾਲ ਲਤਾੜਨ ਨੂੰ ਫਿਰਦੇ ਆ। ਨਾਮਦੇਵ ਜੀ ਨੇ ਵੀ ਕੋਈ ਸਰਾਪ ਨਹੀਂ ਦਿੱਤਾ, ਸਗੋਂ ਪਰਮਾਤਮਾ ਦਾ ਨਾਮ ਲਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਦਾਂ ਦੇ ਬਣੋ ਗੁਰਮੁਖੋ। ਇਹ ਹਿਰਦੇ 'ਚ ਪ੍ਰੇਮ ਪਿਆਰ ਹੋਣਾ ਚਾਹੀਦਾ। ਕਿਉਂ ਐਵੇਂ ਨਫ਼ਰਤ ਭਰੀ ਫਿਰਦੇ ਆਪਾਂ। ਬਾਬਾ ਫਰੀਦ ਜੀ ਦੀ ਗੱਲ ਚੱਲਦੀ ਹੈ, ਲੋਹਾਰ ਨੂੰ ਕਹਿੰਦੇ ਦੇਖੀ ਕਿਤੇ ਹੋਰ ਨਾ ਮਾਰੀ ਕੁਹਾੜਾ। ਕਹਿੰਦਾ ਬਾਬਾ ਜੀ ਗਲਤੀ ਹੋ ਗਈ, ਮੈਥੋਂ ਪਛਾਣ ਨਹੀਂ ਹੋਈ, ਮੈਂ ਤੁਹਾਡੇ ਕੁਹਾੜਾ ਮਾਰਿਆ, ਮੈਨੂੰ ਮਾਫ ਕਰ ਦਿਓ। ਬਾਬਾ ਫਰੀਦ ਜੀ ਕਹਿੰਦੇ ਮਾਫੀ ਮੰਗਣ ਵਾਲੀ ਕਿਹੜੀ ਗੱਲ ਹੈ, ਤੂੰ ਵੀ ਇੱਥੇ ਕੁਝ ਲੱਭਣ ਆਇਆ ਤੇ ਮੈਂ ਵੀ ਲੱਭਣੀ ਆਇਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਫਿਰ ਉਦੋਂ ਆ ਬਚਨ ਕਿਹਾ, ਲਓ ਸੁਣੋ ਕੀ ਕਹਿੰਦੇ ਹਨ। ਕੰਧ ਕੁਹਾੜਾ ਸਿਰ ਘੜਾ, ਵਣ ਕੈ ਸਰ ਲੋਹਾਰ। 1380 ਅੰਗ ਤੇ ਇਹ ਬਚਨ ਲਿਖੇ ਹੋਇਆ, ਖੁਦ ਵੀ ਪੜ੍ਹ ਕੇ ਦੇਖਿਓ, ਆਨੰਦ ਹੈ। ਇਹ ਸਾਨੂੰ ਸਿਖਾਇਆ ਵੀ ਇਦਾਂ ਦੀ ਜ਼ਿੰਦਗੀ ਚਾਹੀਦੀ ਹੈ। ਕਹਿੰਦੇ ਮੋਢੇ ਤੇ ਤੇਰੇ ਕੁਹਾੜਾ, ਸਿਰ ਦੇ ਉੱਤੇ ਘੜਾ ਹੈ, ਲੋਹਾਰ ਹੈ ਤੂੰ, ਲੱਕੜਾਂ ਵੱਢਣ ਵਾਸਤੇ ਆਇਆ ਹੈ। ਫਰੀਦਾ ਹਉ ਲੋੜੀ ਸੋਹ ਆਪਣਾ, ਤੂੰ ਲੋੜ ਹੈ ਅੰਗਿਆਰ। ਕਹਿੰਦੇ ਮੈਂ ਇੱਥੇ ਪਰਮਾਤਮਾ ਨੂੰ ਲੱਭਣ ਵਾਸਤੇ ਆਇਆ, ਤੇ ਲੋਹਾਰ ਤੂੰ ਲੱਕੜ ਲੈਣ ਆਇਆ ਤਾਂ ਕਿ ਲੱਕੜ ਬਾਲ ਕੇ ਉਹਦੇ ਅੰਗਾਰ ਤਿਆਰ ਕਰਕੇ ਲੋਹੇ ਦਾ ਕੰਮ ਕਰ ਸਕੇ। ਤੂੰ ਵੀ ਲੱਭਣੀ ਆਇਆ, ਕੋਈ ਗਲਤੀ ਨਹੀਂ ਹੋਈ, ਚੱਲ ਆਪਣਾ ਕੰਮ ਕਰ। ਪਰ ਯਾਦ ਰੱਖਿਓ ਅਗਲਾ ਬਚਨ ਫੇਰ ਲਿਖਿਆ ਹੈ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ। ਉਹ ਲੋਹਾਰ ਕਹਿੰਦਾ ਜੀ ਮੈਥੋਂ ਗਲਤੀ ਹੋ ਗਈ, ਮੈਨੂੰ ਮਾਫੀ ਦੇ ਦਿਓ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਇਹ ਚੱਲਦਾ ਹੀ ਰਹਿੰਦਾ ਹੈ। ਸੰਸਾਰ ਵੱਲ ਦੇਖ, ਕਈਆਂ ਕੋਲੇ ਤਾਂ ਬਹੁਤ ਜ਼ਿਆਦਾ ਆਟਾ ਪਿਆ, ਢੇਰ ਲੱਗੇ ਪਏ ਆ, ਖਾਦਿਆਂ ਤੋਂ ਮੁੱਕਦਾ ਨਹੀਂ। ਤੇ ਕਈ ਉਹ ਵੀ ਹੈ ਜਿਨ੍ਹਾਂ ਦੇ ਘਰ ਵਿਚਾਰਿਆਂ ਦੇ ਲੂਣ ਵੀ ਹੈ ਨਹੀਂ। ਲੂਣ ਸਭ ਤੋਂ ਘੱਟ ਖਾਂਦੇ ਆ ਨਾ, ਖਾਣਾ ਵੀ ਘੱਟ ਚਾਹੀਦਾ। ਕਹਿੰਦੇ ਲੂਣ ਵੀ ਹੈ ਨਹੀਂ ਖਾਣ ਨੂੰ। ਅੱਗੇ ਗਏ ਸਿਆਪ ਸਨ, ਚੋਟਾਂ ਖਾਸੀ ਕੌਣ। ਕਹਿੰਦੇ ਜਾਣਗੇ ਤਾਂ ਅਮੀਰ ਵੀ ਇਸ ਸੰਸਾਰ ਵਿੱਚੋਂ, ਤੇ ਜਾਣਗੇ ਗਰੀਬ ਵੀ, ਪਰ ਇਹ ਤਾਂ ਰੱਬ ਦੀ ਦਰਗਾਹ 'ਚ ਜਾ ਕੇ ਪਤਾ ਲੱਗਣਾ ਵੀ ਕੌਣ ਚੋਟਾਂ ਖਾਂਦਾ ਹੈ। ਗਰੀਬੀ ਅਮੀਰੀ ਮਾੜੀ ਨਹੀਂ ਗੁਰਮੁਖੋ, ਇਹ ਤਾਂ ਮਾਲਕ ਦੀਆਂ ਦਾਤਾਂ ਹੈ। ਪਰ ਇਹ ਦੇਖਿਆ ਜਾਣਾ ਵੀ ਤੈਂ ਕੀ ਕੀਤਾ ਹੈ। ਭਾਵੇਂ ਗਰੀਬ ਹੋ ਭਾਵੇਂ ਅਮੀਰ ਹੋ, ਜਿੰਨਾ ਕੁ ਹੋ ਜੇ ਸੰਸਾਰ ਦਾ ਭਲਾ ਕਰੀਏ, ਫਿਰ ਤਾਂ ਹੋ ਜੂ ਸਤਕਾਰ, ਤੇ ਨਹੀਂ ਤਾਂ ਫਿਰ ਸਾਨੂੰ ਮਾਰ ਹੀ ਪੈਣੀ ਹੈ। ਪਾਸ ਦਮਾਮੇ ਛੱਤ ਸਿਰ, ਭੇ ਭੋਰੀ ਛੱਡੋ ਰੱਡ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ।
ਇਹਦਾ ਭਾਵ ਇਹ ਹੈ, ਬਾਬਾ ਫਰੀਦ ਜੀ ਸਮਝਾਉਂਦੇ ਨੇ, ਉਹ ਲਾਹੌਰ ਦੇ ਨਾਲ ਫਿਰ ਗੱਲਾਂ ਬਾਤਾਂ ਕੀਤੀਆਂ। ਕਹਿੰਦੇ ਸੰਸਾਰ ਦੇ ਵਿੱਚ ਵੇਖ, ਕਈਆਂ ਕੋਲੇ ਇੰਨੀ ਤਾਕਤ ਹੈ, ਨਗਾਰੇ ਹੀ ਵਜਾਉਂਦੇ ਫਿਰਦੇ ਆ, ਜਿੱਧਰ ਜਾਂਦੇ ਆ ਮੂਹਰੇ ਨਗਾਰਾ ਵੱਜਦਾ, ਢੋਲ ਵੱਜਦਾ, ਤੇ ਸਿਰ ਤੇ ਛਤਰ ਝੁਲਦੇ ਨੇ, ਤੇ ਉਹਨਾਂ ਦੀਆਂ ਸਿਫਤਾਂ ਭੱਟ ਗਾਉਂਦੇ ਫਿਰਦੇ ਆ, ਦੂਜੇ ਉਹਨਾਂ ਦੀਆਂ ਸਿਫਤਾਂ ਕਰਦੇ ਆ। ਇਹੇ ਜੇ ਵੀ ਹੈਗੇ। ਜਾਏ ਸੁੱਤੇ ਜੀਰਾਨ ਮਹਿ ਥੀਏ ਅਤੀਮਾ ਗੱਡ। ਪਰ ਕਹਿੰਦੇ ਜਿੰਨਾ ਕੁ ਚਿਰ ਸਵਾਸ ਚੱਲਦੇ ਆ ਉਹਨਾਂ ਚਿਰ ਹੀ ਹੈ। ਇੱਕ ਨਾ ਇੱਕ ਦਿਨ ਸਭ ਨੂੰ ਹੀ ਸ਼ਮਸ਼ਾਨ ਘਾਟ ਕਬਰਸਤਾਨ ਵਿੱਚ ਜਾ ਕੇ ਇਹ ਸੰਸਾਰ ਨੂੰ ਛੱਡਣਾ ਪੈਣਾ ਹੈ। ਆਪਾਂ ਵੀ ਜਿੰਨੇ ਬੈਠੇ ਆ, ਯਾਦ ਰੱਖਿਓ, ਜਿੰਨਾ ਚਿਰ ਸਵਾਸ ਚੱਲਦੇ ਆ ਉਹਨਾਂ ਚਿਰ ਹੀ ਹੈ, ਤੇ ਜਿੱਦੇ ਸਵਾਸ ਚੱਲਣੇ ਬੰਦ ਹੋ ਗਏ ਉਹਦੇ ਤਾਂ ਘਰ ਦੇ ਕਹਿਣਗੇ ਲਾ ਲਓ ਮੰਜੇ ਤੋਂ ਥੱਲੇ, ਫਿਰ ਤਾਂ ਬੈੱਡ ਤੇ ਵੀ ਨਹੀਂ ਪਾਉਂਦੇ ਗੁਰਮੁਖ। ਦੇਖੀਦਾ ਨਾ, ਨਿੱਤ ਹੁੰਦੀਆਂ ਆਪਣੇ ਨਾਲ, ਜਾਣੋ ਚਾਹੇ ਨਾ ਜਾਣੋ, ਫੇਰ ਮੋਹ ਜਾਲ 'ਚ ਫਸ ਕੇ ਦੁਖੀ ਹੋਈ ਜਾਂਦੇ ਆ। ਇਸ ਕਰਕੇ ਭਜਨ ਸਿਮਰਨ ਦਾ ਲਾਹਾ ਲੈਣਾ ਵੱਧ ਤੋਂ ਵੱਧ ਗੁਰਮੁਖ। ਸੁੱਖ ਹੈ ਤਾਂ ਵੀ, ਜੇ ਦੁੱਖ ਹੈ ਤਾਂ ਵੀ ਪਰਮਾਤਮਾ ਦਾ ਨਾਮ ਜਪਿਆ ਕਰੋ। ਬਾਬਾ ਫਰੀਦ ਜੀ ਕਹਿੰਦੇ ਕਬਰਸਤਾਨ ਅੰਦਰ ਜਾ ਕੇ ਸਭ ਸੌਂ ਗਏ, ਜਿਨ੍ਹਾਂ ਦੇ ਢੋਲ ਵੱਜਦੇ ਸੀ, ਦੂਜੇ ਸਿਫਤਾਂ ਕਰਦੇ ਨਹੀਂ ਸੀ ਥੱਕਦੇ, ਉਹ ਵੀ ਇਸ ਸੰਸਾਰ ਤੋਂ ਚਲੇ ਗਏ ਹਨ। ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰਿਆਂ ਦੇ ਭੀ ਗਏ। ਕਹਿੰਦੇ ਇੱਥੇ ਬਹੁਤ ਆਏ ਜਿਨ੍ਹਾਂ ਨੇ ਵੱਡੇ ਵੱਡੇ ਉੱਚੇ ਉੱਚੇ ਮਹਿਲ ਮਕਾਨ ਬਣਾ ਲਏ, ਮੰਦਿਰ ਬਣਾ ਲਏ, ਉੱਚੀਆਂ ਇਮਾਰਤਾਂ ਬਣਾ ਲਈਆਂ, ਪਰ ਉਹ ਵੀ ਰਹਿ ਨਾ ਸਕੇ, ਇੱਥੋਂ ਚਲੇ ਗਏ ਹਨ। ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਕਹਿੰਦੇ ਜਿਨ੍ਹਾਂ ਨੇ ਤਾਂ ਕੀਤਾ ਕੂੜ ਦਾ ਸੌਦਾ, ਠੱਗੀਆਂ ਮਾਰੀਆਂ, ਦੂਜਿਆਂ ਨੂੰ ਲੁੱਟਿਆ, ਆਪਣੇ ਖਜ਼ਾਨੇ ਭਰ ਲਏ, ਕਿਸੇ ਤੇ ਤਰਸ ਨਹੀਂ ਕੀਤਾ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ। ਕਬਰਾਂ ਵਿੱਚ ਉਹ ਵੀ ਪਏ ਨੇ, ਪਰ ਕੁਛ ਉਹ ਵੀ ਸੀ ਜਿਨ੍ਹਾਂ ਨੇ ਸੰਸਾਰ ਦਾ ਭਲਾ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਗੁਰੂਆਂ ਦਾ ਜੀਵਨ ਪੜ੍ਹ ਲਓ, ਭਗਤਾਂ ਦਾ ਜੀਵਨ ਪੜ੍ਹ ਲਓ, ਗੁਰੂ ਘਰ ਦੇ ਸਿੰਘਾਂ ਸ਼ਹੀਦਾਂ ਦਾ ਜੀਵਨ ਪੜ੍ਹ ਲਓ। ਸਤਕਾਰ ਪਤਾ ਕਿਹਦਾ ਹੈ? ਜਿਨ੍ਹਾਂ ਨੇ ਸੰਸਾਰ ਦੇ ਭਲੇ ਲਈ ਕੀਤਾ ਹੈ, ਭਾਵੇਂ ਉਹ ਜੰਗ ਯੁੱਧ ਸੀ, ਭਾਵੇਂ ਕੁਰਬਾਨੀ ਸੀ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਗੁਰਮੁਖੋ, ਜਿਨ੍ਹਾਂ ਨੇ ਸੰਸਾਰ ਦੇ ਭਲੇ ਵਾਸਤੇ ਯਤਨ ਕੀਤੇ, ਉਹਨਾਂ ਨੂੰ ਅੱਜ ਸਿਰ ਝੁਕਦੇ ਹਨ। ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ। ਇੱਥੇ ਹੁਣ ਕਹਿੰਦੇ ਨੇ, ਕਹਿੰਦੇ ਜਿਹੜਾ ਸਰੀਰ ਹੈ ਨਾ ਸਾਡਾ, ਆਪਾਂ ਇਹ ਤੇ ਕੱਪੜੇ ਪਾਉਨੇ ਆ, ਖਿੰਥੜ ਮੇਖਾਂ ਅਗਲੀਆਂ, ਪਰ ਕੱਪੜੇ ਵੀ ਸਿਉਂ ਕੇ ਪਾਉਨੇ ਆ। ਕਿੰਨੇ ਤੋਪੇ ਲੱਗੇ ਆ ਗੁਰਮੁਖੋ। ਆ ਦਰਬਾਰ ਸਾਹਿਬ ਦਾ ਗੇਟ ਲੱਗਿਆ, ਆਪਣੇ ਘਰਾਂ ਨੂੰ ਗੇਟ ਲੱਗੇ ਆ, ਅੱਗੇ ਲੱਕੜ ਦਾ ਕੰਮ ਹੁੰਦਾ, ਮੇਖਾਂ ਲਾ ਲਾ ਜਾਂ ਲੱਕੜ ਠੋਕ ਠੋਕ ਕੇ ਬਣਾਉਂਦੇ ਗੁਰਮੁਖੋ। ਉਹਦੀ ਮਨਿਆਦ ਹੁੰਦੀ ਸੀ, ਕੱਪੜੇ ਦੀ ਵੀ ਮਨਿਆਦ ਹੈਗੀ ਆ, ਪਰ ਇੱਕ ਬੰਦਾ ਹੀ ਹੈ ਜਿਹਦੇ ਸਵਾਸਾਂ ਦੀ ਕੋਈ ਮਨਿਆਦ ਨਹੀਂ। ਆਖੋ ਸਤਨਾਮ ਵਾਹਿਗੁਰੂ। ਇੱਕ ਦਮ ਦੇ ਆਦਮੀ ਜੇ ਸਾਹ ਆ ਗਿਆ ਤਾਂ ਆਦਮੀ, ਜੇ ਸਾਹ ਨਾ ਆਇਆ ਜਦ ਹੀ ਮਿੱਟੀ ਦੀ ਢੇਰੀ ਹੋ ਜਾਗੇ ਗੁਰੂ। ਪਰ ਮਹਾਰਾਜ ਕਹਿੰਦੇ ਯਾਦ ਰੱਖਿਓ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਕਹਿੰਦੇ ਵਾਰੀ ਹੈ ਆਪੋ ਆਪਣੀ। ਇੱਥੇ ਵੱਡੇ ਵੱਡੇ ਸੇਖ ਵੀ ਚਲੇ ਗਏ, ਉਹਨਾਂ ਦੇ ਮਰੀਦ ਵੀ ਚਲੇ ਗਏ, ਆਪੋ ਆਪਣੀ ਵਾਰੀ ਮੁਤਾਬਕ ਆਪਾਂ ਵੀ ਜਾਣਾ ਹੈ। ਫਰੀਦਾ ਦੁਹੂ ਦੀਵੀ ਬਲੰਦਿਆ ਮਾਲਕ ਬੈਠਾ ਆਏ। ਫਰੀਦਾ ਦੋਹ ਦੀਵੀ ਬਲੰਦਿਆਂ ਮਾਲਕ ਬੈਠਾ ਆਏ। ਇਹ ਅੱਖਾਂ ਦੀ ਗੱਲ ਕੀਤੀ ਹੈ। ਕਹਿੰਦੇ ਦੋ ਅੱਖਾਂ ਹੈਗੀਆਂ, ਜਿੰਨਾ ਚਿਰ ਜੋਤ ਜਗਦੀ ਹੈ, ਮਾਲਕ ਅੰਦਰ ਬੈਠਾ ਹੈ, ਉਹਨਾਂ ਚਿਰ ਸੰਸਾਰ ਨੂੰ ਦੇਖਦੇ ਹਾਂ। ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ 부ਝਾਏ। ਜਦੋਂ ਆ ਗਿਆ ਮੌਤ ਰੂਪੀ ਫਰਿਸ਼ਤਾ ਗੁਰਮੁਖੋ, ਆ ਸਰੀਰ ਜਿਹੜਾ ਕਿਲੇ ਵਾਂਗ ਤਕੜਾ ਸਮਝਦੇ ਆ ਨਾ, ਵੀ ਮੈਂ ਤਾਂ ਬਹੁਤ ਤਕੜਾ ਮਜ਼ਬੂਤ ਆ,
ਕਹਿੰਦੇ ਇਹ ਸਵਾਸਾਂ ਦੀ ਪੂੰਜੀ ਨੂੰ ਮੌਤ ਰੂਪੀ ਫਰਿਸ਼ਤੇ ਨੇ ਲੁੱਟ ਕੇ ਲੈ ਜਾਣਾ ਹੈ। ਆ ਜਿਹੜੀਆਂ ਅੱਖਾਂ ਰੂਪੀ ਦੀਵਿਆਂ ਦੇ ਨਾਲ ਸਭ ਕੁਝ ਵੇਖਦਾ ਇਹ ਦੀਵੇ ਜਦੀ ਬੁਝ ਜਾਣਗੇ। ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ। ਕਹਿੰਦੇ ਅੱਖਾਂ ਰੂਪੀ ਦੀਵੇ ਬੁਝ ਜਾਣਗੇ, ਫਿਰ ਕਰੀਏ ਤਾਂ ਕੀ ਕਰੀਏ? ਕਹਿੰਦੇ ਸੰਸਾਰ ਵੱਲ ਵੇਖਿਆ ਕਰ। ਇੱਕ ਦਿਨ ਕੀ ਹੋਇਆ, ਰੂੰ ਪਿੰਜੀ ਜਾਂਦਾ ਕੋਈ ਗੁਰਮੁਖ ਜਾਂ ਕਮਾਦ ਪੀੜਿਆ ਜਾ ਰਿਹਾ ਸੀ, ਉਹਨੂੰ ਵੇਖ ਕੇ ਵੀ ਬਾਬਾ ਫਰੀਦ ਜੀ ਨੇ ਸਾਨੂੰ ਸਮਝਾਇਆ ਹੈ, ਫਰੀਦਾ ਵੇਖ ਕਪਾਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾ। ਕਪਾਹ ਹੈ ਨਾ ਜਿਹੜੀ, ਜਦੋਂ ਵੇਲਣਿਆਂ ਵਿੱਚ ਦੀ ਲੰਘਦੀ ਹੈ ਦੇਖੋ ਕੀ ਹਾਲ ਹੁੰਦਾ ਹੈ। ਤਿਲਾਹਾਂ ਕਹਿੰਦੇ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ। ਤਿਲ ਜਦੋਂ ਪੀੜੇ ਜਾਂਦੇ ਆ ਉਹਨਾਂ ਦਾ ਵੀ ਕੀ ਹਾਲ ਹੁੰਦਾ, ਖਲ ਤੇ ਤੇਲ ਅੱਡ ਹੋ ਜਾਂਦੇ ਹਨ। ਕਮਾਦੈ ਅਰ ਕਾਗਦੈ ਕੁੰਨੇ ਕੋਇਲਿਆਹਾਂ। ਇਸੇ ਤਰ੍ਹਾਂ ਕਹਿੰਦੇ ਮਿੱਟੀ ਦੇ ਭਾਂਡਿਆਂ ਵੱਲ ਵੇਖਿਆ ਕਰ। ਕੋਲੇ ਦੀ ਕੀ ਦਸ਼ਾ ਹੁੰਦੀ ਹੈ, ਮਿੱਟੀ ਦੀ ਕੀ ਦਸ਼ਾ ਹੁੰਦੀ ਹੈ, ਜਦੋਂ ਕਾਗਜ਼ ਬਣਦਾ ਹੈ ਇਹਦੀ ਕੀ ਦਸ਼ਾ ਹੁੰਦੀ ਹੈ। ਕਮਾਦ ਪੀੜਿਆ ਜਾਂਦਾ ਹੈ, ਗੰਨੇ ਪੀੜੇ ਜਾਂਦੇ ਆ ਨਾ। ਇਸੇ ਤਰ੍ਹਾਂ ਕਹਿੰਦੇ ਜੇ ਮਾੜੇ ਕੰਮ ਕਰੇਗਾ ਤੇਰਾ ਵੀ ਹਾਲ ਇਹੀ ਹੋਣਾ ਹੈ। ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾਹਾਂ। ਜਿਹੜੇ ਜਿਹੜੇ ਮਾੜੇ ਕਰਮ ਕਰਦੇ ਆ ਨਾ ਭਾਈ, ਉਹਨਾਂ ਨੂੰ ਵੀ ਕਹਿੰਦੇ ਐਂ ਸਜ਼ਾਵਾਂ ਮਿਲਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾੜੇ ਕੰਮ ਕਿਹੜੇ ਆ ਭਲਾ? ਸਾਡਾ ਸਮਾਜ ਜਾਂ ਸਾਡਾ ਧਰਮ ਜਿਨ੍ਹਾਂ ਕੰਮਾਂ ਨੂੰ ਕਰਨ ਦੀ ਆਗਿਆ ਨਹੀਂ ਦਿੰਦਾ ਉਹ ਮਾੜੇ ਹੀ ਹੁੰਦੇ ਆ ਗੁਰੂ। ਇਸ ਕਰਕੇ ਧਾਰਮਿਕ ਜੀਵਨ ਵੀ ਚੰਗਾ ਬਣਾਓ ਤੇ ਆਪਣਾ ਸਮਾਜਿਕ ਜੀਵਨ ਵੀ ਚੰਗਾ ਹੋਣਾ ਚਾਹੀਦਾ ਗੁਰੂ। ਫੇਰ ਹੀ ਗੱਲ ਬਣਨੀ ਹੈ। ਤਾਂ ਹੀ ਕਿਹਾ ਨਾ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹ ਬੈਸਣ ਪਾਈ ਹੈ। ਕਹਿੰਦੇ ਆਹ ਦੁਨੀਆ ਵਿੱਚ ਤੂੰ ਰਹਿਣਾ, ਜਿੰਨੀ ਹੋ ਜੇ ਵੱਧ ਤੋਂ ਵੱਧ ਸੇਵਾ ਕਰਿਆ ਕਰ, ਤਾਂ ਤੈਨੂੰ ਰੱਬ ਦੀ ਦਰਗਾਹ ਵਿੱਚ ਥਾਂ ਮਿਲੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਬਾਬਾ ਫਰੀਦ ਜੀ ਕਹਿੰਦੇ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿੰਨਾਹਾਂ। ਮਾੜਾ ਕੰਮ ਨਾ ਕਰੀ ਓਏ ਮਨਾ ਮੇਰਿਆ, ਕਹਿੰਦੇ ਮਾੜਾ ਕੰਮ ਨਾ ਕਰਿਆ ਕਰ। ਕਿਉਂ ਭਲਾ? ਬਾਬਾ ਫਰੀਦ ਜੀ ਦਾ ਵੀ ਸੁਣ ਰਹੇ ਹੋ ਨਾ। ਇੱਕ ਮਹਾਰਾਜ ਕਬੀਰ ਜੀ ਵੀ ਲਿਖ ਕੇ ਗਏ। ਇੱਕ ਥਾਂ ਕਹਿੰਦੇ ਬੇਰੀ ਸੀ ਬੇਰੀ, ਕੋਲੇ ਹੀ ਉਹਦੇ ਕੇਲਾ ਹਰਾ ਹੋ ਗਿਆ ਗੁਰੂ। ਬੇਰੀ ਦੇ ਹੋ ਗਏ ਵੱਡੇ ਵੱਡੇ ਕੰਡੇ ਤੇ ਕੇਲੇ ਦੇ ਹਰੇ ਹਰੇ ਚੌੜੇ ਚੌੜੇ ਪੱਤੇ ਗੁਰਮੁਖੋ। ਦੋਨੇ ਨੇੜੇ ਨੇੜੇ ਪੈਦਾ ਹੋਏ। ਇੱਕ ਦਿਨ ਹਵਾ ਚੱਲੀ, ਬੇਰੀ ਦੇ ਕੰਡਿਆਂ ਨੇ ਕੇਲੇ ਦੇ ਪੱਤਿਆਂ ਨੂੰ ਚੀਰ ਚੀਰ ਕਰਤਾ ਗੁਰੂ। ਚੀਰ ਕੇ ਨਾ ਲੀਰ ਲੀਰ ਕਰਤਾ। ਤੇ ਕਬੀਰ ਜੀ ਮਹਾਰਾਜ ਦੇਖਦੇ ਸੀ, ਉੱਥੋਂ ਹੀ ਮਨ ਸਮਝਾ ਲਿਆ। ਕਹਿੰਦੇ ਮਾੜੀ ਸੰਗਤ ਦਾ ਫਲ ਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਮਾੜੇ ਕੰਮ ਨਾ ਕਰਿਆ ਕਰ। ਜੇ ਆਪ ਨਹੀਂ ਕਰਦਾ ਤਾਂ ਜਿਹੜੇ ਕਰਦੇ ਆ ਉਹਨਾਂ ਕੋਲੇ ਬੈਠਿਆ ਵੀ ਨਾ ਕਰ, ਦੂਰੋਂ ਹੀ ਭੱਜਾ ਬਸ। ਕਬੀਰ ਸਾਕਤ ਸੰਗ ਨ ਕੀਜੀਐ, ਦੂਰ ਹੈ ਜਾਈਐ ਭਾਗ। ਕਹਿੰਦੇ ਮਾੜੇ ਨੂੰ ਦੇਖ ਕੇ ਤਾਂ ਭੱਜ ਲੈ, ਦੂਰ ਹੀ ਹੋ ਜਾ ਬਸ। ਕਾਰਨ ਕੀ? ਮਾੜਾ ਕੰਮ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਂਗਾ। ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਂਗਾ। ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਂਗਾ। ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਂਗਾ। ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਂਗਾ। ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਂਗਾ। ਪਿਆਰੇ ਜੀ
ਸੰਗ ਬੁਰਾ ਸਾਖਤਾਂ ਦਾ ਪਿਆਰੇ ਜੀ, ਸੰਗ ਬੁਰਾ ਸਾਖਤਾਂ ਦਾ ਜੀ, ਸੰਗ ਬੁਰਾ ਸਾਖਤਾਂ ਦਾ ਪਿਆਰੇ ਜੀ, ਸੰਗ ਬੁਰਾ ਸਾਖਤਾਂ ਦਾ ਸੰਗ ਬੁਰਾ ਸਾਖਤਾਂ ਦਾ ਪਿਆਰੇ ਜੀ, ਸੰਗ ਬੁਰਾ ਸਾਖਤਾਂ ਦਾ। ਮਾੜਾ ਕੰਮ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਗਾ, ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਗਾ, ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਂਗਾ, ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਂਗਾ। ਮਾੜੀ ਸੰਗਤ ਦਾ ਨਤੀਜਾ ਮਾੜਾ ਹੀ ਹੁੰਦਾ ਗੁਰਮੁਖੋ। ਬਾਬਾ ਫਰੀਦ ਜੀ ਕਹਿੰਦੇ ਮਾੜੇ ਕੰਮ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਮਿਲਦੀਆਂ ਹਨ। ਇੰਨੇ ਨੂੰ ਕੀ ਦੇਖਿਆ, ਇੱਕ ਹੋਰ ਮੁਸਲਮਾਨ ਉਹ ਫਰੀਦ ਜੀ ਨੂੰ ਕਹਿੰਦਾ ਭਾਈ ਅੱਲਾ ਅੱਲਾ ਜਪਿਆ ਕਰ। ਬਾਬਾ ਜੀ ਕਹਿੰਦੇ ਠੀਕ ਹੈ ਜਪ ਲਾਂਗੇ। ਕਹਿੰਦਾ ਜੋ ਤੇਰੇ ਕੋਲ ਹੈ ਮਾਇਆ ਹੈਗੀ ਉਹ ਮੈਨੂੰ ਦੇ ਦੇ, ਤੂੰ ਤਾਂ ਫਕੀਰ ਹੈ, ਤੈਂ ਪੈਸਿਆਂ ਤੋਂ ਕੀ ਕਰਾਉਣਾ। ਬਾਬਾ ਫਰੀਦ ਜੀ ਸਮਝ ਗਏ ਵੀ ਇਹਦੀ ਬਿਰਤੀ ਮਾਇਆ ਵਾਲੀ ਹੋਈ ਆ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਫਿਰ ਉਹਨੂੰ ਸਮਝਾਉਣ ਵਾਸਤੇ ਅਗਲਾ ਬਚਨ ਕਹਿੰਦੇ ਹਨ, ਫਰੀਦਾ ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜ ਬਾਤ। ਫਰੀਦਾ ਕੰਨ ਮੁਸੱਲਾ, ਕੰਨ ਤੋਂ ਭਾਵ ਹੈ ਮੋਢਾ, ਮੁਸੱਲਾ ਕਹਿੰਦੇ ਐ ਹੇਠਾਂ ਵਿਛਾਉਣ ਵਾਲੀ ਚਾਦਰ। ਜਦੋਂ ਮੁਸਲਮਾਨਾਂ ਦੀ ਨਮਾਜ਼ ਦਾ ਟਾਈਮ ਹੋ ਜੇ ਨਾ, ਉਹ ਖਜਾਉਂਦੇ ਨਹੀਂ ਗੁਰਮੁਖੋ, ਕਿਤੇ ਵੀ ਹੋਣ ਕੱਪੜਾ ਵਿਛਾ ਕੇ ਜਦੀ ਨਮਾਜ਼ ਪੜਨ ਲੱਗ ਜਾਂਦੇ ਆ। ਤੇ ਬਾਬਾ ਫਰੀਦ ਜੀ ਕਹਿੰਦੇ ਮੋਢੇ ਦੇ ਉੱਤੇ ਮੁਸੱਲਾ ਧਰੀ ਫਿਰਦਾ, ਫੌੜੀ ਵੀ ਲਈ ਫਿਰਦਾ, ਦਿਲ ਵਿੱਚ ਬਿਰਤੀ ਹੈ ਮਾਇਆ ਦੀ, ਅੰਦਰੋਂ ਤਾਂ ਤੇਰੀ ਵਿਚਾਰ ਕੈਂਚੀ ਵਰਗੀ ਹੈ, ਤੇ ਗੱਲਾਂ ਬਾਹਰੋਂ ਮਿੱਠੀਆਂ ਮਿੱਠੀਆਂ ਗੁੜ ਵਾਂਗੂ ਕਰਦਾ ਹੈ। ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਕਹਿੰਦੇ ਬਾਹਰ ਤਾਂ ਚਾਨਣ ਹੈਗਾ, ਪਰ ਇਹ ਦਿਲ 'ਚ ਤੇਰੇ ਹਨੇਰਾ ਹੀ ਹੈ। ਆ ਕੈਂਚੀ ਦੀ ਗੱਲ ਚੱਲੀ ਹੈ ਨਾ ਗੁਰਮੁਖੋ। ਕਿਸੇ ਦਰਜੀ ਵੀਰ ਕੋਲੇ ਜਦੋਂ ਕੱਪੜੇ ਸਮਾਉਣ ਜਾਂਦੇ ਹੋ, ਦੇਖਿਆ ਕਰੋ, ਇੱਕ ਤਾਂ ਹੁੰਦੀ ਹੈ ਕੈਂਚੀ ਉਹਦੇ ਕੋਲੇ, ਬੜੇ ਡਿਜ਼ਾਈਨ ਪਾਏ ਹੁੰਦੇ ਆ, ਪਿੱਤਲ ਪੁੱਤਲ ਚੰਗਾ ਲਾਇਆ ਹੁੰਦਾ, ਸੋਹਣੀ ਬਣਾਉਂਦੇ ਆ, ਪਰ ਕੈਂਚੀ ਤੋਂ ਜਦੋਂ ਦਰਜੀ ਕੰਮ ਲਊਗਾ ਉਹਨੂੰ ਫਿਰ ਰੱਖਦਾ ਕਿੱਥੇ ਆ, ਜਿੱਥੇ ਪੈਰ ਹੁੰਦੇ ਆ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕੰਮ ਲੈ ਕੇ ਵਗਾ ਕੇ ਮਾਰੂ ਪੈਰਾਂ 'ਚ। ਇੱਕ ਹੈ ਸੂਈ, ਕੋਈ ਬਾਹਲਾ ਡਿਜ਼ਾਈਨ ਵੀ ਨਹੀਂ ਹੁੰਦਾ, ਬਸ ਸਿੱਧੀ ਹੋਈ ਹੁੰਦੀ ਹੈ, ਕੁੱਟ ਕੇ ਧਾਗਾ ਪਾਉਣ ਨੂੰ ਥਾਂ ਬਣਾਇਆ ਹੁੰਦਾ ਹੈ। ਉਹ ਸੂਈ ਦੇ ਵਿੱਚ ਗੁਣ ਹੈ, ਕੈਂਚੀ ਦੀਆਂ ਕੀਤੀਆਂ ਹੋਈਆਂ ਲੀਰਾਂ ਨੂੰ ਵੀ ਜੋੜੀ ਜਾਂਦੀ ਹੈ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਸੂਈ ਕਦੇ ਪੈਰਾਂ 'ਚ ਨਹੀਂ ਡਿੱਗੀ ਦੇਖੋਗੇ। ਦਰਜੀ ਵੀਰ ਜਾਂ ਤਾਂ ਕਾਲਰ ਵਿੱਚ ਟੰਗਣਗੇ ਜਾਂ ਪੱਗ ਵਿੱਚ, ਗੁਰੂ ਉਹਨੂੰ ਉੱਚਾ ਦਰਜਾ ਹੈ। ਇੱਥੋਂ ਹੀ ਸਿੱਖਿਆ ਲੈ ਲਓ, ਕਿਤੇ ਕੈਂਚੀ ਵਾਂਗੂ ਦੂਜਿਆਂ ਨੂੰ ਤੋੜਦੇ ਹੀ ਨਾ ਰਹਿ ਜੀਏ ਗੁਰਮੁਖੋ, ਦੂਜਿਆਂ 'ਚ ਫੁੱਟ ਨਾ ਪਾਉਂਦੇ ਰਹੀਏ। ਸੂਈ ਵਾਲਾ ਕੰਮ ਕਰਿਆ ਕਰੋ, ਟੁੱਟਿਆਂ ਨੂੰ ਜੋੜਨ ਦਾ ਉਪਰਾਲਾ ਕਰਨਾ ਗੁਰਮੁਖੋ, ਫਿਰ ਸਤਿਕਾਰ ਹੋਣਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਮੁਸਲਮਾਨ ਭਰਾ ਹੈ ਮੇਰਾ, ਅੰਦਰੋਂ ਬਿਰਤੀ ਮਾੜੀ ਤੋੜਨ ਦੀ ਮਾਇਆ ਦਾ ਲਾਲਚੀ ਹੈ, ਅੰਦਰ ਹਨੇਰਾ ਹੈ, ਬਾਹਰ ਹੀ ਚਾਨਣ ਹੈ। ਤੇ ਹੁਣ ਵੀ ਗੁਰਮੁਖ ਪਿਆਰਿਓ ਹਾਲ ਆਪਣਾ ਵੀ ਇਹੀ ਹੈ, ਬਸ ਮਨਾਂ ਚੋਂ ਹਨੇਰਾ ਦੂਰ ਨਹੀਂ ਹੋਇਆ। ਬਾਹਰੋਂ ਤਾਂ ਬਹੁਤ ਕੁਝ ਪੜ੍ਹ ਲਿਆ, ਸਿੱਖ ਲਿਆ, ਗੱਲ ਤਾਂ ਬਣੂ ਜੇ ਅੰਦਰ ਦੀ ਬਿਰਤੀ ਵੀ ਸ਼ੁੱਧ ਹੋ ਜੇ। ਫਰੀਦਾ ਰਤੀ ਰਤ ਨਾ ਨਿਕਲੇ, ਜੇ ਤਨ ਚੀਰੈ ਕੋਏ। ਫਰੀਦਾ ਰੱਤੀ ਰਤ ਨਾ ਨਿਕਲੇ। ਬਾਬਾ ਫਰੀਦ ਜੀ ਕਹਿੰਦੇ ਇਸ ਸਰੀਰ ਨੂੰ ਭਾਵੇਂ ਚੀਰ ਕੇ ਦੇਖ ਲਓ, ਰੱਤੀ ਭਰ ਵੀ ਖੂਨ ਨਹੀਂ ਨਿਕਲੂਗਾ। ਜੋ ਤਨ ਰਤੇ ਰੱਬ ਸਿਓ,
ਤਿਨ ਤਨ ਰਤ ਨਾ ਹੋਏ। ਕਹਿੰਦੇ ਜਿਹੜੇ ਰੱਬ ਦੇ ਰੰਗ 'ਚ ਰੰਗੇ ਆ ਉਹਨਾਂ ਨੂੰ ਭਾਵੇਂ ਚੀਰੀ ਜਾਵੋ, ਉਹਨਾਂ 'ਚੋਂ ਰੱਤੀ ਭਰ ਵੀ ਰਤ ਨਹੀਂ ਨਿਕਲਦਾ। ਹੁਣ ਇਹ ਕਿਤੇ ਹੋ ਸਕਦਾ ਗੁਰਮੁਖੋ? ਚਾਹੇ ਕੋਈ ਧਰਮੀ ਹੈ ਚਾਹੇ ਕੋਈ ਪਾਪੀ ਹੈ, ਜਦੋਂ ਸਰੀਰ ਨੂੰ ਚੀਰਾਂਗੇ ਪਾੜਾਂਗੇ ਖੂਨ ਤਾਂ ਨਿਕਲੂਗਾ। ਬਾਬਾ ਫਰੀਦ ਜੀ ਨੇ ਇਹ ਗੱਲ ਕਹਿਤੀ, ਪਰ ਹੁਣ ਦੇਖੋ ਗੁਰੂਆਂ ਦਾ ਸੋਚ, ਗੁਰੂਆਂ ਦੀ ਵਿਚਾਰ, ਗੁਰੂਆਂ ਦੀ ਸੋਚ ਕੀ ਹੈ। ਉਹਨਾਂ ਨੇ ਫਰੀਦ ਜੀ ਨੂੰ ਗਲਤ ਨਹੀਂ ਕੀਤਾ। ਇਸੇ ਸ਼ਬਦ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੁਬਾਰਾ ਲਿਖ ਗਏ। ਸਤਿਗੁਰੂ ਕੀ ਕਹਿੰਦੇ ਐ? ਫਰੀਦਾ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਈ। ਕਹਿੰਦੇ ਇਹ ਤਾਂ ਠੀਕ ਹੈ ਕਿ ਬੰਦਗੀ ਕਰਨ ਵਾਲੇ, ਭਜਨ ਕਰਨ ਵਾਲਿਆਂ ਦੇ ਸਰੀਰ ਨੂੰ ਕੋਈ ਚੀਰੇ ਰਤ ਨਹੀਂ ਨਿਕਲਦਾ, ਪਰ ਕਿਹੜਾ ਰਤ? ਜੋ ਤਨ ਰੱਤੇ ਰੱਬ ਸਿਉ ਤਿਤ ਤਨ ਲੋਭ ਰਤ ਨਾ ਹੋਏ। ਕਹਿੰਦੇ ਉਹਨਾਂ ਸਰੀਰਾਂ ਵਿੱਚ ਆ ਖੂਨ ਤਾਂ ਨਿਕਲੂ ਗਈ, ਪਰ ਲੋਭ ਰੱਤੀ ਭਰ ਵੀ ਨਹੀਂ ਹੋਊ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੋਭ ਰੂਪੀ ਰਤ ਨਹੀਂ ਹੁੰਦਾ, ਉਹਨੂੰ ਸ਼ੁੱਧ ਕੀਤਾ ਗੁਰਮੁਖੋ। ਤੇ ਆਪਣਾ ਕੰਮ ਇਹ ਹੈ, ਜੇ ਮਾੜੀ ਜੀ ਕਿਸੇ ਤੋਂ ਗਲਤੀ ਹੋ ਜੇ ਆਪਾਂ ਉਹਨੂੰ ਸੁਧਾਰਦੇ ਨਹੀਂ, ਸਗੋਂ ਉਹਦੀ ਨਿੰਦਿਆ ਕਰਨ ਤੇ ਤੁਰ ਪੈਂਦੇ ਆ ਗੁਰਮੁਖੋ। ਘਰਾਂ 'ਚ ਵੀ ਹੁੰਦਾ, ਮਾੜੀ ਜੀ ਗੱਲ ਹੁੰਦੀ ਹੈ, ਫਿਰ ਜਿੰਨਾ ਚਿਰ 10 ਕੋਲੇ ਨਾ ਦੱਸੀਏ ਰੋਟੀ ਹਜਮ ਨਹੀਂ ਆਉਂਦੀ ਸਾਡੇ। ਇਹ ਗੱਲਾਂ ਛੱਡੋ ਭਾਈ। ਜੇ ਕੋਈ ਗਲਤ ਕਰਦਾ ਜਾਂ ਤਾਂ ਉਹਨੂੰ ਜਦ ਹੀ ਸਮਝਾ ਦਿਓ, ਐਵੇਂ ਇੱਕ ਦੂਜੇ ਦੀ ਬਦਨਾਮੀ ਕਰਨ ਤੇ ਨਾ ਤੁਰਿਆ ਕਰੋ। ਇਹ ਮਾੜੀ ਹੁੰਦੀ ਹੈ। ਨਿੰਦਿਆ ਇਸੇ ਨੂੰ ਕਿਹਾ ਜਾਂਦਾ ਹੈ, ਬਚ ਜੋ ਜੇ ਬਚਿਆ ਜਾਂਦਾ ਹੈ। ਲਓ ਬਾਬਾ ਫਰੀਦ ਜੀ ਦਾ ਜ਼ਿਕਰ ਚੱਲਦਾ ਹੈ। ਮਾਂ ਨੇ ਜੋੜਿਆ ਸੀ ਭਗਤੀ ਵੱਲ, 12 ਸਾਲ ਰਹੇ ਜੰਗਲ ਵਿੱਚ। ਜਦੋਂ ਗਏ ਵਾਪਸ ਘਰ, ਮਾਂ ਨੇ ਦੇਖਿਆ ਮੇਰਾ ਪੁੱਤ ਆ ਗਿਆ, ਫਰੀਦ ਆ ਗਿਆ। ਕਹਿੰਦਾ ਹਾਂ ਮਾਤਾ ਜੀ ਆ ਗਿਆ ਮੈਂ। ਲੈ ਪੁੱਤ ਤੇਰਾ ਕੀ ਹਾਲ ਹੋਇਆ ਵੈ? ਲਿਆ ਤੇਰੇ ਕੇਸ ਵਾਹੀਏ। ਲੰਬੇ ਲੰਬੇ ਕੇਸ ਸੀ, ਪਰ ਹੁਣ ਜੰਗਲ ਵਿੱਚ ਕਿਹੜਾ ਕੇਸੀ ਨਿਭਾਉਂਦਾ ਗੁਰਮੁਖ? ਕਿਹਨੇ ਉੱਥੇ ਤੇਲ ਲਾਉਣਾ ਸੀ? ਹਾਲਾਤ ਐਸੇ ਸੀ, ਲੰਬੇ ਕੇਸਾਂ ਦੀਆਂ ਬਣੀਆਂ ਜਟਾਵਾਂ ਪੰਛੀਆਂ ਨੇ ਪਾਲੇ ਆਲਣੇ। ਲੰਬੇ ਕੇਸਾਂ ਦੀਆਂ ਬਣੀਆਂ ਜਟਾਵਾਂ ਪੰਛੀਆਂ ਨੇ ਪਾਲੇ ਆਲਣੇ। ਲੰਬੇ ਕੇਸਾਂ ਦੀਆਂ ਬਣੀਆਂ ਜਟਾਵਾਂ ਪੰਛੀਆਂ ਨੇ ਪਾਲੇ ਆਲਣੇ। ਲੰਬੇ ਕੇਸਾਂ ਦੀਆਂ ਬਣੀਆਂ ਜਟਾਵਾਂ ਪੰਛੀਆਂ ਨੇ ਪਾਲੇ ਆਲਣੇ। ਲੰਬੇ ਕੇਸਾਂ ਦੀਆਂ ਬਣੀਆਂ ਜਟਾਵਾਂ ਪੰਛੀਆਂ ਨੇ ਪਾਲੇ ਆਲਣੇ। ਲੰਬੇ ਕੇਸਾਂ ਦੀਆਂ ਬਣੀਆਂ ਜਟਾਵਾਂ ਪੰਛੀਆਂ ਨੇ ਪਾਲੇ ਆਲਣੇ। ਲੰਬੇ ਕੇਸਾਂ ਦੀਆਂ। ਕਹਿੰਦੀ ਲਿਆ ਤੇਰੇ ਕੇਸ ਵਾਵਾਂ, ਇਹ ਤਾਂ ਜਟਾਵਾਂ ਬਣ ਗਈਆਂ, ਵਿੱਚ ਜੀ ਤੁਰੇ ਫਿਰਦੇ ਐ। ਕਹਿੰਦੇ ਠੀਕ ਹੈ। ਮਾਂ ਨੇ ਬਿਠਾ ਲਿਆ ਬਾਬਾ ਫਰੀਦ ਜੀ ਨੂੰ, ਤੱਤਾ ਕਰਕੇ ਪਾਣੀ ਕੇਸੀ ਇਸ਼ਨਾਨ ਕਰਾਇਆ ਪਹਿਲਾਂ। ਫਿਰ ਜਦੋਂ ਕੇਸਾਂ 'ਚ ਪਾ ਕੇ ਕੰਘਾ ਖਿੱਚਿਆ, ਵਾਲ ਖਿੱਚੇ ਗਏ ਸਿਰ ਦੇ, ਤੇ ਬਾਬਾ ਫਰੀਦ ਜੀ ਰੋ ਪਏ ਗੁਰਮੁਖੋ, ਚੀਕ ਮਾਰੀ। ਮਾਂ ਕਹਿੰਦੀ ਪੁੱਤ ਕੀ ਗੱਲ ਰੋਣਾ ਹੈ? ਕਹਿੰਦਾ ਮਾਂ ਜਦੋਂ ਤੂੰ ਮੇਰੇ ਕੇਸ ਖਿੱਚੇ ਤੇ ਮੈਨੂੰ ਦੁੱਖ ਲੱਗਿਆ। ਮਾਂ ਕਹਿੰਦੀ ਇਹ ਤਾਂ ਮੈਂ ਤੈਨੂੰ ਸਮਝਾਉਣਾ ਸੀ ਵੀ 12 ਸਾਲ ਜੰਗਲ 'ਚ ਤਾਂ ਲਾਇਆ ਆ, ਪਰ ਉੱਥੇ ਕੀ ਕੀਤਾ? ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਰਿਹਾ। ਜਿਵੇਂ ਤੈਨੂੰ ਦੁੱਖ ਲੱਗਦਾ ਹੈ, ਉਹਨਾਂ ਨੂੰ ਕਿਹੜਾ ਦੁੱਖ ਨਹੀਂ ਲੱਗਿਆ ਹੋਊ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਜੇ ਤੇਰੀ ਭਗਤੀ ਪੂਰੀ ਨਹੀਂ ਹੋਈ। ਕਹਿੰਦੀ ਮੈਂ ਨਹੀਂ ਮੰਨਦੀ, ਤੂੰ ਰੱਬ ਨੂੰ ਸਮਝ ਲਿਆ। ਦੇਖੋ ਰੱਬ ਕਿਤੇ ਹੋਰ ਨਹੀਂ ਹੈ। ਗੁਰਬਾਣੀ ਵਿੱਚ ਲਿਖਿਆ ਘਟ ਘਟ ਮੈਂ ਹਰ ਜੂ ਵਸੈ। ਮਨੁੱਖਾਂ ਵਿੱਚ ਤਾਂ ਹੈਗਾ ਹੀ ਹੈਗਾ, ਪਹਾੜਾਂ ਵਿੱਚ, ਦਰਖਤਾਂ ਵਿੱਚ, ਪਾਣੀ ਵਿੱਚ, ਜਲ ਵਿੱਚ, ਥਲ ਵਿੱਚ, ਸਾਰੇ ਕਿਤੇ ਉਹੀ ਹੈ। ਇਹਨੂੰ ਸਮਝੋ। ਜਦੋਂ ਆਪਾਂ ਕੋਈ ਕੰਮ ਕਰਦੇ ਆ ਨਾ, ਕਈ ਵਾਰੀ ਕੀ ਹੁੰਦਾ, ਇਹ ਹੁੰਦਾ ਵੀ ਸਾਨੂੰ ਆਮਦਨ ਹੋਵੇ, ਅਸੀਂ ਸੁੱਖ ਮਾਣੀਏ, ਜੇ ਇਹਦੇ ਬਦਲੇ ਕੋਈ ਦੂਜਾ ਦੁਖੀ ਹੁੰਦਾ ਤੇ ਹੋਈ ਜਾਵੇ। ਐਦਾਂ ਨਹੀਂ ਗੁਰਮੁਖੋ। ਬਾਬਾ ਫਰੀਦ ਜੀ ਦਾ ਇਤਿਹਾਸ ਚੱਲਦਾ। ਮਾਂ ਕਹਿੰਦੀ ਪੁੱਤ ਮੈਂ ਨਹੀਂ ਮੰਨਦੀ ਵੀ ਤੈਨੂੰ ਅੱਲਾ ਮਿਲ ਗਿਆ ਜਾਂ ਤੂੰ ਭਗਤ ਬਣ ਗਿਆ, ਹਜੇ ਤੈਨੂੰ ਸਮਝ ਨਹੀਂ ਆਈ। ਆ ਦਰਖਤਾਂ ਦੇ ਪੱਤੇ ਸੂਤ ਖਾਦੇ ਨੇ, ਇਹ ਤੈਨੂੰ ਸਮਝ ਨਹੀਂ ਆਈ ਵੀ ਉਹਨਾਂ ਨੂੰ ਵੀ ਦੁੱਖ ਲੱਗਦਾ ਹੋਊਗਾ। ਹੁਣ ਆਪਾਂ ਕਹਿੰਦੇ ਆ ਵੀ ਰੁੱਖਾਂ ਨੂੰ ਨਾ ਕੱਟੋ, ਵੱਧ ਤੋਂ ਵੱਧ ਰੁੱਖ ਲਾਓ,
ਦੇਖੋ ਉਹਨਾਂ ਨੇ ਕਿੰਨਾ ਸਮਾਂ ਪਹਿਲਾਂ ਹੀ ਇਹ ਗੱਲ ਕਹਿਤੀ। ਮਾਂ ਕਹਿੰਦੀ ਪੁੱਤਰ ਉਹਦੇ ਮੰਨੂ ਵੀ ਤੂੰ ਰੱਬ ਨੂੰ ਜਾਣ ਲਿਆ, ਤੈਨੂੰ ਰੱਬ ਮਿਲ ਗਿਆ ਜਿੱਦੇ ਤੈਨੂੰ ਸਭ ਤੇ ਤਰਸ ਆਉਣ ਲੱਗ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਮਿਲਦੇ ਐ ਕਹਿੰਦੇ ਜੀ ਜਦੋਂ ਕਿਸੇ ਨੂੰ ਦੁਖੀ ਦੇਖੀਦਾ ਨਾ ਸਾਥੋਂ ਰਿਹਾ ਨਹੀਂ ਜਾਂਦਾ। ਲੋਕ ਭਾਵੇਂ ਸਾਡੇ ਨਾਲ ਧੋਖਾ ਕਰ ਜਾਂਦੇ ਆ, ਸਾਨੂੰ ਫੇਰ ਹਰੇਕ ਤੇ ਤਰਸ ਆ ਜਾਂਦਾ, ਵਿਸ਼ਵਾਸ ਕਰ ਲੈਨੇ ਆ। ਚਲੋ ਜੇ ਕੋਈ ਮਾੜਾ ਕਰਦਾ ਹੈ ਗੁਰਮੁਖੋ ਵੈਸੇ ਤਾਂ ਉਹਨੂੰ ਸਮਝਾਓ, ਰੋਕੋ ਵੀ ਅੱਗੇ ਤੋਂ ਕਿਸੇ ਨਾਲ ਗਲਤ ਨਾ ਕਰ। ਪਰ ਜੇ ਫੇਰ ਵੀ ਤੁਹਾਡਾ ਦਿਲ ਇਦਾਂ ਦਾ ਨਾ ਵੀ ਕਿਸੇ ਨੂੰ ਦੁਖੀ ਦੇਖ ਕੇ ਤਰਸ ਆਉਂਦਾ, ਵਿਸ਼ਵਾਸ ਕਰਦੇ ਹੋ, ਬੁਰਾ ਨਹੀਂ ਹੈ, ਚੰਗਾ ਹੀ ਹੈ। ਰੱਬ ਨੇ ਤੁਹਾਨੂੰ ਬਣਾ ਕੇ ਫਿਰ ਕੋਈ ਗਲਤੀ ਨਹੀਂ ਕੀਤੀ, ਚੰਗਾ ਹੀ ਹੈ। ਜਿੰਨਾ ਚਿਰ ਰੱਬ ਦੀ ਸਾਜੀ ਸ੍ਰਿਸ਼ਟੀ ਤੇ ਦਇਆ ਕਰਾਂਗੇ ਉਹਨਾਂ ਚਿਰ ਪਰਮਾਤਮਾ ਦੀ ਸਾਡੇ ਤੇ ਵੀ ਮਿਹਰ ਰਹੂਗੀ। ਤੇ ਜਿੱਦੇ ਅਸੀਂ ਦਇਆ ਕਰਨੀ ਛੱਡ ਗਏ, ਠੀਕ ਹੈ ਹੋਰ ਜੋ ਮਰਜ਼ੀ ਕਰ ਲੋ, ਪਰ ਸਤਕਾਰ ਮਾਣ ਤਾਣ ਨਹੀਂ ਮਿਲਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਂ ਕਹਿੰਦੀ ਪੁੱਤਰ ਹਜੇ ਭਗਤੀ ਪੂਰੀ ਨਹੀਂ ਹੋਈ, ਦਰਖਤਾਂ ਦੇ ਪੱਤੇ ਤੇ ਫਲ ਸੂਤ ਸੂਤ ਕੇ ਖਾਦੇ, ਹਜੇ ਸਮਝਿਆ ਨਹੀਂ ਰੱਬ ਨੂੰ। ਫੇਰ ਜਾ, ਦੇਖੋ ਮਾਈਆਂ ਬੈਠੀਆਂ, ਕੱਲਾ ਹੀ ਹੋਵੇ ਪੁੱਤ, ਕਿਹੜੀ ਮਾਂ ਚਾਹੁੰਦੀ ਹੈ ਵੀ ਇਹ ਜੰਗਲਾਂ 'ਚ ਭੁੱਖਾ ਤਿਹਾਇਆ ਰਹੇ। ਪਰ ਅੱਜ ਬਾਬਾ ਫਰੀਦ ਜੀ ਨੂੰ ਸਿਰ ਝੁਕਦਾ ਗੁਰਮੁਖੋ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਨਾ, ਬਾਬਾ ਫਰੀਦ ਨੂੰ ਵੀ ਬਰਾਬਰ ਸਿਰ ਝੁਕਿਆ। ਕਾਰਨ ਕੀ ਸੀ? ਉਹਨਾਂ ਦੀ ਮਾਂ ਨੇ ਸਮਝਾਇਆ ਸੀ। ਤੇ ਅੱਜ ਜਦੋਂ ਕਿਤੇ ਜ਼ਿਕਰ ਚੱਲਦਾ ਮਾਵਾਂ ਦਾ ਤਾਂ ਸਭ ਤੋਂ ਪਹਿਲੇ ਨੰਬਰ ਤੇ ਬਾਬਾ ਫਰੀਦ ਜੀ ਦੀ ਮਾਂ ਨੂੰ ਗਿਣਿਆ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਂ ਕਹਿੰਦੀ ਤੇਰੀ ਭਗਤੀ ਪੂਰੀ ਨਹੀਂ ਹੋਈ। 12 ਸਾਲ ਫੇਰ ਗਏ ਗੁਰਮੁਖੋ। ਫਿਰ ਦਰਖਤਾਂ ਦੇ ਨਾ ਤਾਂ ਫਲ ਤੋੜਨੇ, ਨਾ ਹੀ ਪੱਤੇ ਸੁੱਟਣੇ। ਇਹੋ ਜਿਹਾ ਖਿਆਲ ਬਣ ਗਿਆ ਜੇ ਕੋਈ ਟੁੱਟ ਕੇ ਡਿੱਗਿਆ ਹੋਇਆ ਫਲ ਥਿਆ ਜਾਂਦਾ ਤੇ ਖਾ ਲੈਂਦੇ, ਨਹੀਂ ਭੁੱਖੇ ਹੀ ਤੁਰੇ ਫਿਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। 24 ਸਾਲ ਜੰਗਲਾਂ ਚ ਲਾਏ ਤੇ ਹਾਲਾਤ ਇਹ ਜੇ ਬਣ ਗਏ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡ ਹੈ ਕਾਗ, ਅਜੈ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਪਾ। ਕਹਿੰਦੇ ਤਨ ਸੀ ਨਾ ਜਿਹੜਾ ਸੁੱਕ ਗਿਆ, ਪਿੰਜਰਾ ਹੋ ਗਿਆ ਜਮਾ, ਤੇ ਕਾਂ ਆਇਆ ਤਲੀਆਂ ਦਾ ਮਾਸ ਖਾ ਲਿਆ। ਢਿੱਡ 'ਚ ਚੁੰਝਾਂ ਮਾਰੀਆਂ, ਛਾਤੀ 'ਚ ਚੁੰਝਾਂ ਮਾਰੀਆਂ। ਜਦੋਂ ਅੱਖ 'ਚ ਚੁੰਝ ਮਾਰਨ ਲੱਗਾ, ਬਾਬਾ ਫਰੀਦ ਜੀ ਕਹਿੰਦੇ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ, ਪਿਰ ਦੇਖਣ ਕੀ ਆਸ। ਕਹਿੰਦੇ ਇਹਨਾਂ ਅੱਖਾਂ 'ਚ ਚੁੰਝ ਨਾ ਮਾਰੀ, ਮੈਨੂੰ ਹਜੇ ਵੀ ਆਸ ਹੈ ਅੱਲਾ ਦੇ ਦਰਸ਼ਨ ਕਰਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਸ ਵੇ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ, 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 ਆਸ ਵੇ ਕਾਗਾ ਮੈਨੂੰ ਪਿਆਰੇ ਦੇ ਮਿਲਣ ਦੀ। ਕਹਿੰਦੇ ਹਜੇ ਵੀ ਆਸ ਹੈ, ਮੈਨੂੰ ਅੱਲਾ ਦੇ ਦੀਦਾਰ ਚਾਹੀਦੇ। 24 ਸਾਲ ਲਾਏ ਜੰਗਲਾਂ 'ਚ, ਇੱਕ ਦਿਨ ਹਿੰਮਤ ਕੀਤੀ, ਤੁਰੇ ਜਾਂਦੇ ਆ ਗੁਰੂ। ਚਿੜੀਆਂ ਚੋਗਾ ਚੁਗੀ ਜਾਂਦੀਆਂ, ਕਹਿੰਦੇ ਦੇਖ ਤਾਂ ਲਈਏ ਭਗਤੀ ਪੂਰੀ ਹੋ ਗਈ ਕਿ ਨਹੀਂ। ਕਹਿੰਦੇ ਚਿੜੀਓ ਤੁਸੀਂ ਮਰ ਜਾਓ, ਚਿੜੀਆਂ ਮਰ ਗਈਆਂ। ਫੇਰ ਕਹਿੰਦੇ ਉੱਡ ਜਾਓ, ਉਹ ਮਰੀਆਂ ਹੋਈਆਂ ਉੱਠ ਕੇ ਉੱਡ ਗਈਆਂ। ਹੁਣ ਜਦੋਂ ਬਚਨ ਪੂਰਾ ਹੋ ਗਿਆ, ਉਦੋਂ ਮਨ ਚ ਆਏ ਹਉਮੈ ਆ ਗਈ ਵੀ ਹੁਣ ਤਾਂ ਗੱਲ ਬਣ ਗਈ, ਮੇਰੇ ਵਰਗਾ ਨਹੀਂ ਕੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਕਈ ਵਾਰੀ ਆਪਣੇ ਨਾਲ ਵੀ ਹੁੰਦਾ, ਜੇ ਕੋਈ ਆਖੇ ਜੇ ਲੱਗਣ ਲੱਗ ਜੇ ਫਿਰ ਹੁਕਮ ਵਾਲੇ ਵੀ ਚਲਾਉਣ ਲੱਗ ਜੀਏ ਗੁਰਮੁਖ। ਹਉਮੈ ਤੋਂ ਬਚ ਕੇ ਰਹਿਣਾ। ਇੱਕ ਬੀਬੀ ਖੂਹ ਦੇ ਵਿੱਚੋਂ ਪਾਣੀ ਕੱਢੇ ਬਾਹਰ ਡੋਲੇ, ਫੇਰ ਡੋਲ ਭਰ ਕੇ ਕੱਢੇ ਬਾਹਰ ਡੋਲਦੇ, ਉਹਦੇ ਕੋਲ ਚਲੇ ਗਏ, ਕਹਿੰਦੇ ਬੀਬਾ ਮੈਨੂੰ ਪਾਣੀ ਪਿਲਾ ਦੇ। ਉਹ ਕਹਿੰਦੀ ਬਾਬਾ ਹਜੇ ਮੈਂ ਤੈਨੂੰ ਪਾਣੀ ਨਹੀਂ ਪਿਆ ਸਕਦੀ, ਬਹਿ ਜਾ ਟਿਕ। ਤੇ ਉਸ ਵੇਲੇ 2-4 ਮਿੰਟ ਤਾਂ ਬੈਠੇ, ਫੇਰ ਕਹਿੰਦੇ ਭਰਦੀਆਂ ਡੋਲ ਬਾਹਰ ਡੋਲ ਦਿੰਨੀ ਐ, ਭਰਦੀਆਂ ਡੋਲ ਬਾਹਰ ਡੋਲ ਦਿੰਨੀ ਐ, ਮੈਨੂੰ ਪਾਣੀ ਪਿਆ ਦੇ, ਤੈਨੂੰ ਪਤਾ ਨਹੀਂ ਮੈਂ ਕੌਣ ਆ। ਗੁੱਸੇ 'ਚ ਬੋਲੇ ਗੁਰਮੁਖ। ਹੁਣ ਫਕੀਰ ਕੀ ਤੇ ਗੁੱਸਾ ਕੀ। ਉਹ ਬੀਬੀ ਕਹਿੰਦੀ ਚੁੱਪ ਕਰਕੇ ਬਹਿ ਜਾ, ਹਜੇ ਮੈਨੂੰ ਆਪਣਾ ਕੰਮ ਕਰ ਲੈਣ ਦੇ। ਇੱਥੇ ਤੇਰੀਆਂ ਚਿੜੀਆਂ ਨਹੀਂ ਵੀ ਕਿਤੇ ਮਰ ਜੋ ਚਿੜੀਓ ਤੇ ਕਿਤੇ ਜਿਉਂ ਜੋ ਚਿੜੀਓ। ਜਿਹੜਾ ਆਪਾਂ ਵਚਨ ਪੜ੍ਹਦੇ ਆ ਨਾ, ਦਰਵੇਸ਼ਾਂ ਨੂੰ ਲੋੜੀ ਆ ਰੁੱਖਾਂ ਦੀ ਜੀ ਰਾਂਦ, ਇਹ ਫੇਰ ਉਚਾਰਿਆ ਸੀ। ਪਹਿਲਾਂ ਤਾਂ ਹਉਮੈ ਸੀਗੀ, ਹਜੇ ਚੁੱਪ ਕਰਕੇ ਬਹਿ ਗਏ। ਕਹਿੰਦੇ ਇਹ ਘਰ 'ਚ ਰਹਿਣ ਵਾਲੀ ਬੀਬੀ, ਇਹਨੂੰ ਕੀ ਪਤਾ ਲੱਗ ਗਿਆ ਵੀ ਮੈਂ ਚਿੜੀਆਂ ਮਾਰ ਕੇ ਜਵਾ ਕੇ ਆਇਆ। ਬਹਿ ਗਏ ਗੁਰਮੁਖੋ। ਕਿੰਨਾ ਟਾਈਮ ਉਹ ਬੀਬੀ ਪਾਣੀ ਦੇ ਡੋਲ ਭਰ ਭਰ ਕੇ ਡੋਲੀ ਗਈ। ਬਾਅਦ 'ਚ ਕਹਿੰਦੀ ਲਓ ਮਹਾਂਪੁਰਸ਼ੋ ਹੁਣ ਛਕ ਲਓ ਜਲ। ਕਹਿੰਦਾ ਹੁਣ ਜਲ ਤਾਂ ਫੇਰ ਛਕਾਂਗੇ, ਪਹਿਲਾਂ ਐਂ ਦੱਸ ਤੇਰੇ ਵਿੱਚ ਇੰਨੀ ਸ਼ਕਤੀ ਕਿੱਥੋਂ ਆ ਗਈ, ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ ਚਿੜੀਆਂ ਮਾਰ ਕੇ ਜਵਾਈਆਂ। ਉਹਨੇ ਫਿਰ ਦੱਸਿਆ ਸੀ, ਕਹਿੰਦੀ ਫਰੀਦ ਜਿਹੜੀ ਔਰਤ ਹੈ ਨਾ, ਇਹਨੂੰ ਸੰਸਾਰ ਨੇ ਸਤਿਕਾਰ ਨਹੀਂ ਦਿੱਤਾ। ਸਾਨੂੰ ਤਾਂ ਘਰੇ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ। ਅਸੀਂ ਜੰਗਲਾਂ 'ਚ ਕਿੱਦਾਂ ਜਾ ਕੇ ਤਪ ਕਰ ਲੈਂਦੀਆਂ। ਕਿਹਨੇ ਸਾਨੂੰ ਜਲ ਧਾਰੇ ਕਰਨ ਦੇਣੇ, ਧੂਈਆਂ ਤਾਪਣ ਦੇਣੀਆਂ ਸੀ। ਘਰਾਂ 'ਚ ਬੈਠਿਆਂ ਨੂੰ ਨਹੀਂ ਦੁਨੀਆ ਜਿਉਣ ਦਿੰਦੀ, ਤਰ੍ਹਾਂ ਤਰ੍ਹਾਂ ਦੇ ਬੋਲ ਕਬੋਲ ਬੋਲਦੇ ਐ। ਪਰ ਜਿਹੜੀ ਮੇਰੇ 'ਚ ਸ਼ਕਤੀ ਆਈ, ਇਹ ਮੈਂ ਭਗਤੀ ਕੀਤੀ ਹੈ। ਲੈ ਹੁਣ ਸੁਣ ਲਿਓ ਭਾਈ, ਕਿਹੜੀ ਭਗਤੀ ਹੈ। ਕਹਿੰਦਾ ਤੈਂ ਕਿਹੇ ਜੀ ਭਗਤੀ ਕੀਤੀ। ਉਹ ਕਹਿੰਦੀ ਵੀ ਮੈਂ ਪਤੀਵਰਤਾ ਇਸਤਰੀ ਹਾਂ, ਮਾਪਿਆਂ ਦੇ ਘਰ ਰਹੀ, ਮੈਂ ਕਦੇ ਬਾਪ ਦਾ ਮੂੰਹ ਨਹੀਂ ਸੀ ਫਟਕਾਰਿਆ। ਜਿੱਦੇ ਵਿਆਹੀ ਗਈ ਉਦੋਂ ਤੋਂ ਮੈਂ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ ਸੇਵਾ ਕੀਤੀ ਹੈ, ਜਿਹਦਾ ਫਲ ਮੈਨੂੰ ਇਹ ਮਿਲਿਆ। ਇਮਾਨਦਾਰੀ ਨਾਲ ਮੈਂ ਕੰਮ ਧੰਦੇ ਆਪਣੇ ਕੀਤੇ। ਜਿੱਥੇ ਵੀ ਸੰਸਾਰ ਵਿੱਚ ਕੁਝ ਹੁੰਦਾ ਹੈ ਮੈਨੂੰ ਪਤਾ ਲੱਗ ਜਾਂਦਾ। ਆਖੋ ਸਤਨਾਮ। ਇਦਾਂ ਦਾ ਵੀ ਕਰਮ ਕਰਨਾ ਚਾਹੀਦਾ ਗੁਰਮੁਖ ਪਿਆਰਿਓ। ਘਰਾਂ 'ਚ ਰਹਿੰਦਿਆਂ ਹੋਇਆਂ, ਕੰਮ ਧੰਦਾ ਕਰਦਿਆਂ ਹੋਇਆਂ ਆਪੋ ਆਪਣੇ ਧਰਮ ਮੁਤਾਬਕ ਭਜਨ ਕਰਿਆ ਕਰੋ। ਤੁਹਾਡੀ ਇਹੀ ਸੱਚੀ ਭਗਤੀ ਹੈ। ਕਹਿੰਦੇ ਮੈਂ ਪਤੀਵਰਤਾ ਧਰਮ ਵਿੱਚ ਕਾਇਮ ਰਹੀ ਹਾਂ ਤਾਂ ਮੈਨੂੰ ਇਹ ਪਤਾ ਲੱਗਦਾ ਹੈ। ਫਰੀਦਾ ਭਗਤੀ ਤਾਂ ਬਹੁਤ ਕੀਤੀ, ਘਰ ਵੀ ਛੱਡ ਲਿਆ, ਭੁੱਖਾਂ ਤੇ ਹਾਂ ਵੀ ਕੱਟ ਲੀਆਂ, ਪਰ ਹਜੇ ਤੇਰੇ ਮਨ 'ਚੋਂ ਹਉਮੈ ਵਾਲਾ ਰੋਗ ਗਿਆ ਨਹੀਂ। ਆਖੋ ਸਤਨਾਮ। ਕੀ ਬਣਦਾ ਕੱਪੜੇ ਰੰਗਿਆਂ ਤੋਂ ਜੇ ਮਨ ਰੰਗਿਆ ਨਾ ਜਾਵੇ। ਫਿਰ ਬਾਬਾ ਫਰੀਦ ਜੀ ਨੇ ਬਚਨ ਉਚਾਰਿਆ ਸੀ। ਕਹਿੰਦੇ ਜਿਵੇਂ ਰੁੱਖ ਹੈ ਨਾ, ਰੁੱਖ ਇਹਨਾਂ ਨੂੰ ਕੋਈ ਵੱਢੀ ਜਾਵੇ, ਟੁੱਕੀ ਜਾਵੇ, ਫਿਰ ਵੀ ਛਾਂ ਦਿੰਦੇ ਆ, ਫਿਰ ਵੀ ਸਾਨੂੰ ਫਲ ਦਿੰਦੇ ਆ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਦਰਵੇਸ਼ ਹੈ, ਇਹ ਤਾਂ ਇਦਾਂ ਦੇ ਚਾਹੀਦੇ ਆ। ਆਖੋ ਸਤਨਾਮ। ਇਹ ਵੀ ਕਹਿੰਦੇ ਇਦਾਂ ਦੇ ਚਾਹੀਦੇ ਆ। ਦੁਨੀਆ ਜੋ ਮਰਜ਼ੀ ਕਹੇ, ਰੱਬ ਦੇ ਫਕੀਰਾਂ ਨੂੰ ਚਾਹੀਦਾ ਫਿਰ ਵੀ ਉਹ ਸੰਸਾਰ ਦਾ ਭਲਾ ਕਰਨ, ਚੰਗਾ ਉਪਦੇਸ਼ ਦੇਣ। ਆਖੋ ਸਤਨਾਮ। ਲਓ ਸਮਾਂ ਇਜਾਜ਼ਤ ਨਹੀਂ ਦਿੰਦਾ। ਬਾਬਾ ਫਰੀਦ ਜੀ ਦਾ ਜੀਵਨ ਆਪਾਂ ਵਿਚਾਰਿਆ, ਗੁਰਬਾਣੀ ਦੀ ਵਿਚਾਰ ਕੀਤੀ ਹੈ। ਕੋਸ਼ਿਸ਼ ਕਰਿਆ ਕਰੋ। ਹੁਣ ਲੋੜ ਹੈ ਗੁਰਮੁਖ। ਸਾਖੀਆਂ, ਕਥਾ, ਕਹਾਣੀਆਂ, ਇਤਿਹਾਸ ਵੀ ਪੜ੍ਹੋ, ਪਰ ਗੁਰਬਾਣੀ ਨੂੰ ਸਮਝੋ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਿਸੇ ਵੀ ਮਹਾਂਪੁਰਸ਼ ਦੀ ਬਾਣੀ ਹੈ, ਕਿਸੇ ਗੁਰੂ ਸਾਹਿਬਾਨ ਦੀ ਹੈ, ਭਗਤ ਦੀ ਹੈ, ਚਾਹੇ ਗੁਰੂ ਘਰ ਦੇ ਸੇਵਕਾਂ ਦੀ ਹੈ। ਇਹ ਗੁਰਬਾਣੀ ਪੜ੍ਹੋ, ਜੋ ਉਹਨਾਂ ਨਾਲ ਹੋਇਆ ਉਹਨੂੰ ਵੇਖੋ। ਜਿਵੇਂ ਹੁਣ ਵਿਚਾਰ ਚੱਲੀ ਸੀ, ਇੱਕ ਤਾਂ ਜੇ ਕੋਈ ਬੁਰਾ ਵੀ ਕਰਦਾ ਗੁਰਮੁਖ ਪਿਆਰਿਓ, ਐਵੇਂ ਨਹੀਂ ਵੀ ਆਪਾਂ ਵੀ ਮਨ 'ਚ ਉਹਦੇ ਪ੍ਰਤੀ ਬੈਰ ਵਿੱਢ ਲਈਏ, ਉਹਨੂੰ ਸਮਝਾਉਣਾ ਹੈ। ਜਿਵੇਂ ਲੋਹਾਰ ਨੇ ਆ ਕੇ ਕੁਹਾੜਾ ਮਾਰਿਆ ਤੇ ਬਾਬਾ ਫਰੀਦ ਜੀ ਨੇ ਕੋਈ ਸਰਾਪ ਤੱਕ ਨਹੀਂ ਦਿੱਤਾ, ਬੁਰਾ ਨਹੀਂ ਸੀ ਬੋਲਿਆ।
ਦੂਜਾ ਬੀਬੀ ਵਾਲੀ ਜਿਵੇਂ ਕਥਾ ਸੁਣੀ ਹੈ ਜਾਂ ਸਾਨੂੰ ਸਮਝਾਇਆ ਵੀ ਮਾੜੇ ਕੰਮਾਂ ਜੇ ਕਰਾਂਗਾ ਇਹਦੀ ਸਖਤ ਸਜ਼ਾ ਮਿਲੂ। ਪੜ੍ਹ ਕੇ ਸੁਣ ਕੇ ਛੱਡਣਾ ਨਹੀਂ, ਆਪਣੇ ਮਨ ਨੂੰ ਸਮਝਾਉਣਾ ਵੀ ਅਸੀਂ ਵੀ ਜਿੰਨਾ ਹੋ ਜੇ ਸੰਸਾਰ ਦਾ ਭਲਾ ਕਰਨਾ ਹੈ। ਜੇ ਕੋਈ ਬੁਰਾ ਲੱਗਦਾ ਵੀ ਹੈ ਉਹ ਤੋਂ ਨਫ਼ਰਤ ਨਹੀਂ ਕਰਨੀ, ਉਹਨੂੰ ਪਿਆਰ ਨਾਲ ਸਮਝਾ ਕੇ ਚੰਗਾ ਬਣਾਉਣ ਦੀ ਕੋਸ਼ਿਸ਼ ਕਰਨੀ ਆ। ਆਖੋ ਸਤਨਾਮ। ਇਹ ਹੈ ਗੁਰਮਤਿ ਗੁਰਮੁਖ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੜੇ ਪ੍ਰੇਮ ਅਦਬ ਸਤਿਕਾਰ ਨਾਲ ਬੈਠ ਕਰਕੇ ਆਪ ਜੀ ਨੇ ਸੁਣਿਆ। ਜਿੰਨੀ ਸੰਗਤ ਆਈ ਹੈ ਸਭ ਨੂੰ ਜੀ ਆਇਆਂ ਨੂੰ ਮਾਲਕ ਦੇ ਚਰਨਾਂ 'ਚ ਅਰਦਾਸ ਹੈ, ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਸੱਚੇ ਪਾਤਸ਼ਾਹ ਹੱਥ ਰੱਖਣ, ਬੱਚਿਆਂ ਨੂੰ ਵਿਦਿਆ ਦਾ ਦਾਨ ਬਖਸ਼ਣ, ਘਰਾਂ 'ਚ ਸੁਖ ਸ਼ਾਂਤੀ ਸਭ ਦੇ ਆਵੇ, ਖੇਤੀ ਪੱਤੀ ਮਾਲੀ ਮਨੁੱਖੀ ਸਾਰੇ ਸੁਖ ਹੋਵੇ। ਇਹੀ ਆਪਣੀ ਗੁਰੂ ਚਰਨਾਂ 'ਚ ਅਰਦਾਸ ਹੈ। ਹੋਈਆਂ तमाम ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਆਓ ਰਲ ਮਿਲ ਕਰਕੇ ਹੁਣ ਆਨੰਦ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਲਾਈਏ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਦੀਆਂ ਬਾਦਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਤਾਂ ਗਾਵੋ ਹਰੀ ਤੇਰਾ ਮਾਨਕ ਨੇ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ। ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਪਾਗੇ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ। ਦੋਤ ਤੁਧ ਵਾਸ ਕੀਤੇ ਕਾਲ ਕੰਠ ਕੁਮਾਰਿਆ। ਪੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਗੇ। ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੋਏ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰ ਤੇ ਪੂਰੇ ਗੁਰ ਤੇ ਜਾਣੀ। ਸੁਨਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਭਗਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਨੂੰ ਬੇਨਤੀ ਹੈ, ਜਿੱਥੇ ਇੰਨਾ ਸਮਾਂ ਬੈਠ ਕੇ ਪਿਆਰ ਦਾ ਸਬੂਤ ਦਿੱਤਾ, 2 ਮਿੰਟ ਆਪਾਂ ਸਿਮਰਨ ਕਰਨਾ ਸਰਬੱਤ ਦੇ ਭਲੇ ਵਾਸਤੇ। ਸਭ ਮਾਈ ਭਾਈ ਦੋਨੇ ਹੱਥ ਜੋੜ ਕੇ ਬੈਠੋ ਪ੍ਰੇਮ ਨਾਲ, 2 ਮਿੰਟ ਸਿਮਰਨ ਦੀ ਹਾਜ਼ਰੀ। ਸਾਰੀ ਸੰਗਤ ਬੋਲੋ ਜੀ ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।